ਇੱਕ ਨੌਨਿਤ ਖੱਤਰੀ ਮਹਾਰਾਜ ਜੀ ਦੇ ਹਜ਼ੂਰ ਉਸਨੇ ਬੇਨਤੀ ਕੀਤੀ। ਇਹ ਇਹਨਾਂ ਦੀ ਸੰਗਿਆ ਭੰਡਾਰੀ ਸੀ। ਸਤਿਗੁਰਾਂ ਜੀ ਨੂੰ ਕਹਿੰਦਾ, ਮਹਾਰਾਜ ਕੇਸ ਰੱਖਣੇ ਕਿਉਂ ਜ਼ਰੂਰੀ ਹਨ? ਸੱਚੇ ਪਾਤਸ਼ਾਹ, ਇਹ ਕੇਸ ਰੱਖਣ ਦੀ ਰਵਾਇਤ ਕਦੋਂ ਤੋਂ ਚੱਲੀ ਹੈ? ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਕਿ ਕੇਸ ਤਾਂ ਪਹਿਲਾਂ ਤੋਂ ਹੀ ਲੋਕ ਰੱਖਦੇ, ਆਦਿ ਕਾਲ ਤੋਂ ਹੀ। ਕਿਸੇ ਵੀ ਧਰਮ ਦੇ ਵਿੱਚ ਕੇਸ ਕੱਟਣ ਦਾ ਉਪਦੇਸ਼ ਤੇ ਸਿੱਖਿਆ ਨਹੀਂ ਹੈ। ਕਹਿਣ ਲੱਗਾ, ਮਹਾਰਾਜ ਹੁਣ ਪਹਿਲਾਂ ਵਾਲਾ ਸਮਾਂ ਥੋੜ੍ਹਾ ਰਿਹਾ, ਹੁਣ ਸਮਾਂ ਬਦਲ ਗਿਆ। ਮਹਾਰਾਜ ਕਹਿੰਦੇ ਵੀ ਸੂਰਜ ਬਦਲ ਗਿਆ ਨੌਨਿਤ ਖੱਤਰੀ, ਕਿ ਚੰਦਰਮਾ 'ਚ ਫਰਕ ਪੈ ਗਿਆ, ਜਾਂ ਅੱਗ, ਹਵਾ, ਪਾਣੀ, ਧਰਤੀ, ਇਹ ਕੋਈ ਤੱਤ ਬਦਲ ਗਏ ਹੈ ਕਿ ਜਾਂ ਪਹਿਲਾਂ ਵਰਗਾ ਹੀ ਹੈ? ਇਹ ਕਹਿੰਦੇ, ਮਹਾਰਾਜ ਇਹ ਤਾਂ ਅੱਗ 'ਚ ਕੀ ਫਰਕ ਪੈਣਾ ਸੀ, ਪਾਣੀ, ਹਵਾ, ਸੂਰਜ, ਚੰਦਰਮਾ ਇਹ ਤਾਂ ਪਹਿਲਾਂ ਵਰਗਾ ਹੀ ਹੈ। ਸਤਿਗੁਰੂ ਜੀ ਕਹਿੰਦੇ ਫਰਕ ਪਿਆ ਤੇ ਮਨਾਂ 'ਚ ਪਿਆ। ਕੇਸ ਰੱਖਣ ਤੋਂ ਆਪ ਤੁਸੀਂ ਆਲਸ ਕਰਦੇ ਹੋ, ਸੋਚਦੇ ਹੋ ਕਿ ਨਹਾਉਣਾ ਸੌਖਾ ਹੁੰਦਾ ਹੈ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਮਨ ਦੀ ਐਸੀ ਹਾਲਤ ਹੈ। ਕੇਸ ਰੱਖਣੇ ਇਹ ਤਾਂ ਪਰਮੇਸ਼ਰ ਦਾ ਭਾਣਾ ਮੰਨਣ ਦੇ ਪ੍ਰਤੀਕ ਹੈ। ਇਸ ਪ੍ਰਕਾਰ ਸਤਿਗੁਰਾਂ ਜੀ ਨੇ ਇਹ ਨੌਨਿਤ ਖੱਤਰੀ ਨੂੰ ਸਿੱਖਿਆ ਦਿੱਤੀ ਤੇ ਕਹਿਣ ਲੱਗਾ ਕਿ ਮਹਾਰਾਜ ਕੇਸ ਕੱਟਣ ਦੀ ਰਵਾਇਤ ਚੱਲੀ ਕਿੱਥੋਂ ਹੈ? ਫਿਰ ਇਹ ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਜੀ ਨੇ ਫਿਰ ਕਿਹਾ ਵੀ ਜਦੋਂ ਅਸੀਂ ਜੰਗਲ ਦੇਸ਼ ਵਿੱਚ ਵਿਚਰ ਰਹੇ ਸਾਂ, ਉਦੋਂ ਯਾਰ ਮੁਹੰਮਦ ਪਠਾਨ ਸੀ ਇੱਕ, ਉਹਨੇ ਸਾਨੂੰ ਪੁੱਛਿਆ ਸੀਗਾ ਤੇ ਮੁਸਲਮਾਨਾਂ ਦੇ ਫਿਰਕੇ ਵਿੱਚ ਕੇਸ ਕਦੋਂ ਤੋਂ ਕੱਟਣੇ ਸ਼ੁਰੂ ਹੋਏ, ਕਦੋਂ ਤੋਂ ਸੁੰਨਤ ਸ਼ੁਰੂ ਹੋਈ? ਮਹਾਰਾਜ ਕਹਿੰਦੇ ਉਹਨੂੰ ਅਸੀਂ ਦੱਸਿਆ ਸੀ ਤੇ ਉਹ ਹੀ ਤੈਨੂੰ ਦੱਸਦੇ ਹਾਂ ਹੁਣ। ਤੇ ਹਿੰਦੂਆਂ ਵਿੱਚ ਕੇਸ ਕੱਟਣ ਦੀ ਰਵਾਇਤ ਕਿੱਥੋਂ ਪਈ ਹੈ, ਇਹ ਮਹਾਰਾਜ ਹੁਣ ਦੱਸਣਗੇ। ਇੱਥੇ ਤੱਕ ਆਪਾਂ ਕਥਾ ਸਰਵਣ ਕੀਤੀ ਸੀਗੀ। ਹੁਣ ਮਹਾਰਾਜ ਕਾਰਨ ਦੱਸਣ ਲੱਗੇ ਆ ਵੀ ਮੁਸਲਮਾਨਾਂ ਵਿੱਚ ਕੇਸ ਕੱਟਣ ਦੀ ਰਵਾਇਤ ਕਦੋਂ ਸ਼ੁਰੂ ਹੋਈ ਹੈ। ਸੱਚੇ ਪਾਤਸ਼ਾਹ ਜੀ ਜਿਵੇਂ ਦੱਸਦੇ ਆ ਨੌਨਿਤ ਖੱਤਰੀ ਨੂੰ, ਆਓ ਪਿਆਰ ਨਾਲ ਸਰਵਣ ਕਰੀਏ। ਗੁਰੂ ਜੀ ਕਹਿੰਦੇ ਆ ਕਿ ਇਬਰਾਹਿਮ ਜਿਹੜਾ ਪੈਗੰਬਰ ਹੋਇਆ ਨਾ, ਉਸਨੇ ਇੱਕ ਸੁੰਦਰ ਔਰਤ ਨੂੰ ਵੇਖਣਾ ਕੀਤਾ, ਕਾਮ ਦੇ ਵਸੀਕਾਰ ਹੋ ਗਿਆ ਤੇ ਮਨ ਦੀ ਬਿਰਤੀ ਜਿਹੜੀ ਹੈ ਕਾਮ ਵਾਲੀ, ਉਸਨੇ ਰੋਕਣਾ ਨਾ ਕੀਤੀ। ਉਸ ਔਰਤ ਨੂੰ ਕਿਹਾ ਪੈਗੰਬਰ ਨੇ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈਣਾ ਕਰ, ਸੁੱਖ ਦੇ ਸਹਿਤ ਮੇਰੇ ਘਰ ਵਿੱਚ ਆਣ ਕਰਕੇ ਵਸਣਾ ਕਰ। ਹੁਣ ਕਰਕੇ ਉਸ ਔਰਤ ਨੇ ਨਾ ਜਿਹੜਾ ਉਹ ਗੱਲ ਸੀ ਉਸਦੀ ਪੈਗੰਬਰ ਦੀ ਨਾ ਮੰਨਣਾ ਕੀਤੀ। ਪੈਗੰਬਰ ਦੇ ਤਾਈਂ ਉਸਨੇ ਇਉਂ ਜਵਾਬ ਦੇਣਾ ਕੀਤਾ, ਤੁਮ ਘਰ ਮਹਿ ਪੂਰਬ ਇੱਕ ਬੀਵੀ। ਕਹਿਣ ਲੱਗੀ ਕਿ ਤੁਹਾਡੇ ਨਾਲ ਨਿਕਾਹ ਹੋਈ, ਤੁਹਾਡੀ ਇੱਕ ਪਹਿਲਾਂ ਬੀਵੀ ਹੈ, ਔਰਤ ਹੈ, ਉਸ ਨੂੰ ਵੀ ਸੰਕਟ ਹੋਵੇਗਾ, ਮੈਨੂੰ ਵੀ ਦੁੱਖ ਹੋਵੇਗਾ, ਇਸ ਕਰਕੇ ਮੈਂ ਤੁਹਾਡੀ ਪਤਨੀ ਨਹੀਂ ਬਣ ਸਕਦੀ, ਭਾਵ ਤੁਹਾਡੀ ਬੇਗਮ ਨਹੀਂ ਬਣ ਸਕਦੀ। ਹਾਂ, ਕਿੰਨੇ ਕੁ ਦਿਨ ਇਸ ਤਰ੍ਹਾਂ ਲੰਘ ਗਏ, ਭਾਵੇਂ ਕਿ ਇਸਲਾਮ ਵਿੱਚ ਤਾਂ ਕਿੰਨੇ ਵਿਵਾਹ ਕਰ ਲੈਂਦੇ ਆ, ਪਰ ਉਸ ਔਰਤ ਦੀ ਆਪਣੀ ਮਰਜ਼ੀ ਸੀਗੀ ਤੇ ਉਸਨੇ ਇਸ ਪ੍ਰਕਾਰ ਕਹਿਣਾ ਕੀਤਾ, ਕਿਉਂਕਿ ਇਸਲਾਮ ਵਿੱਚ ਵੀ ਜਦੋਂ ਨਿਕਾਹ ਸਾਧ ਸੰਗਤ ਜੀ ਕਰਦੇ ਆ ਨਾ, ਤੇ ਔਰਤ ਨੂੰ ਵੀ ਪੁੱਛਿਆ ਜਾਂਦਾ ਹੈ ਵੀ ਕਬੂਲ ਹੈ, ਉਹਨੂੰ ਵੀ 3 ਵਾਰੀ ਕਹਿਣਾ ਪੈਂਦਾ ਵੀ ਕਬੂਲ ਹੈ, ਕਬੂਲ ਹੈ, ਕਬੂਲ ਹੈ। ਇਸ ਤਰ੍ਹਾਂ ਫਿਰ ਨਿਕਾਹ ਪ੍ਰਵਾਨ ਹੁੰਦਾ ਹੈ। ਤੇ ਉਸਨੇ ਕਿਹਾ ਵੀ ਤੁਹਾਡੀ ਅੱਗੇ ਇੱਕ ਬੇਗਮ ਹੈਗੀ ਹੈ, ਮੈਂ ਤੁਹਾਡੇ ਨਾਲ ਜਿਹੜਾ ਹੈ ਉਹ ਇਹ ਨਿਕਾਹ ਨਹੀਂ ਕਰ ਸਕਦੀ। ਹਾਂ, ਬਸੀ ਪੈਗੰਬਰ ਕੇ ਬਹੁ ਚੀਤ। ਬਹੁਤ ਦਿਨ ਲੰਘ ਗਏ, ਉਸਨੇ ਜਵਾਬ ਦੇ ਦਿੱਤਾ ਸੀ, ਪਰ ਪੈਗੰਬਰ ਦੇ ਚਿੱਤ ਵਿੱਚ ਹੀ ਬਹੁਤ ਜ਼ਿਆਦਾ ਉਹਦੀ ਸੂਰਤ ਸੁੰਦਰ ਵਸ ਗਈ ਹੈ। ਮਨ ਦੇ ਅੰਦਰ ਬੜਾ ਅਧੀਨ ਜਿਹਾ ਹੋ ਕਰਕੇ, ਬੜਾ ਜ਼ਿਆਦਾ ਜਿਵੇਂ ਕੋਈ ਕਿਸੇ ਪ੍ਰਕਾਰ ਦਾ ਗਰਜੀ ਹੁੰਦਾ ਹੈ, ਕਾਮ ਦੇ ਵਸੀਕਾਰ ਹੋ ਕਰਕੇ ਬੜੀ ਅਧੀਨਗੀ ਦੇ ਸਹਿਤ ਫਿਰ ਉਸ ਔਰਤ ਨੂੰ ਕਹਿਣਾ ਕੀਤਾ, ਥੋੜੇ ਦਿਨ ਗੁਜ਼ਰ ਜਾਣ ਤੋਂ ਮੁਝ ਸੋ ਕਰਹੁ ਨਿਕਾਹੁ ਪ੍ਰਬੀਨ। ਕਹਿਣ ਲੱਗਾ, ਹੈ ਸਿਆਣੀ ਸੂਝਵਾਨ, ਤੂੰ ਮੇਰੇ ਨਾਲ ਨਿਕਾਹ ਕਰ ਲੈਣਾ ਕਰ, ਨਿਸ ਦਿਨ ਖੁਟਕਤ ਹੈ ਮਮ ਚਿਤ ਮਹਿ। ਕਿਉਂਕਿ ਤੇਰੀ ਸੂਰਤ ਜਿਹੜੀ ਆ ਰਾਤ ਦਿਨ ਹੀ ਮੇਰੇ ਚਿੱਤ ਦੇ ਅੰਦਰ ਜਿਹੜੀ ਆ ਉਹ ਖੁਟਕਦੀ ਰਹਿੰਦੀ ਆ, ਭਾਵ ਫੁਰਨੇ ਉਹੋ ਹੀ ਚੱਲਦੇ ਰਹਿੰਦੇ ਆ, ਕਾਮ ਦੇ ਵਸੀਕਾਰ ਹੋ ਗਿਆ। ਗਲਤੀ ਤਾਂ ਪੈਗੰਬਰ ਦੀ ਹੈ ਤੇ ਚਿੰਨ ਅੱਗੇ ਹੁਣ ਆਪਣੀ ਉਮਤ ਨੂੰ ਦੇਣੇ ਆ।
ਇਸ ਪ੍ਰਕਾਰ ਮਹਾਰਾਜ ਜੀ ਦੱਸ ਰਹੇ ਹਨ। ਇਹ ਕਵਿਰਾਜ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਹੈ। ਅਬਲਾਖਤ ਬਹੁ ਮਿਲਨੋ ਹਿਤ ਮਹਿ। ਕਹਿੰਦਾ ਬਹੁਤ ਜ਼ਿਆਦੀ ਮੇਰੀ ਅਬਲਾਖਾ ਇੱਛਾ ਹੈ ਤੇ ਤੇਰੇ ਨਾਲ ਮਿਲਾਪ ਕਰਨ ਦੀ। ਇਹ ਮੇਰੇ ਹਿੱਤ ਵਿੱਚ ਹੈ, ਭਾਵ ਮੇਰਾ ਮਨ ਦਾ ਪ੍ਰੇਮ ਤੇਰੇ ਨਾਲ ਲੱਗ ਗਿਆ ਏ। ਜੈਸੇ ਤੂੰ ਆਇਸ ਦੇ ਪਿਆਰੀ। ਕਹਿਣ ਲੱਗਾ ਇਹ ਪਿਆਰੀ, ਜਿਸ ਤਰ੍ਹਾਂ ਤੂੰ ਮੈਨੂੰ ਆਗਿਆ ਦੇਵੇਂਗੀ ਤੈਸੇ ਰਹਾ ਸਦਾ ਅਨੁਸਾਰੀ। ਇਸ ਤਰ੍ਹਾਂ ਮੈਂ ਸਦਾ ਹੀ ਤੇਰੇ ਅਨੁਸਾਰੀ ਹੋ ਕਰਕੇ ਰਹਾਂਗਾ। ਮਹਾਰਾਜ ਨੇ ਵੀ ਕਿਹਾ ਨਾ, ਕਾਮ ਵਿਸ ਵਿਆਪੈ ਕਸੁੱਧ ਨਰ ਸੇ ਜੋਰਾਂ ਪੁੱਛ ਝੱਲਾ। ਦੇਖੋ ਇੱਥੇ ਨਹੀਂ ਕਿ ਘਰਵਾਲੀ ਦਾ ਕੋਈ ਨਰਾਦਰ ਹੈ, ਸਤਿਕਾਰ ਹੀ ਸਤਿਗੁਰਾਂ ਨੇ ਰੱਖਿਆ। ਪਰ ਮਹਾਰਾਜ ਕਹਿੰਦੇ ਜਿਹਨੂੰ ਖੋਟੇ ਪੁਰਖ ਨੂੰ ਕਾਮ ਵਿਆਪਦਾ ਨਾ, ਉਹ ਘਰਵਾਲੀ ਦੇ ਅੱਗੇ ਇਸ ਤਰ੍ਹਾਂ ਪੁੱਛ ਕੇ ਚੱਲਦਾ ਜਿਵੇਂ ਮਦਾਰੀ ਬਾਂਦਰ ਨੂੰ ਨਚਾਉਂਦਾ ਹੈ। ਕਾਮ ਵਿਆਪੈ ਕਸੁੱਧ ਨਰ ਸੇ ਜੋਰਾਂ ਪੁੱਛ ਚੱਲਾ। ਮਹਾਰਾਜ ਕਹਿੰਦੇ ਜੋਰਾਂ ਨੂੰ, ਜੋਰੂ ਜੋ ਇਸਤਰੀ ਹੈ ਉਹਨੂੰ ਪੁੱਛ ਕੇ ਚੱਲਦਾ। ਜੋ ਕੁਝ ਉਹ ਕਹੇ ਉਹੋ ਹੀ ਕਰਨਾ, ਭਾਵੇਂ ਧਰਮ ਤੋਂ ਉਲਟੀ ਕਰਾਈ ਜਾਵੇ, ਜੋ ਮਰਜ਼ੀ ਕਰਾਈ ਜਾਵੇ। ਬਾਂਦਰ ਵਾਂਗ ਹੀ ਨਾਚ ਨੱਚਦਾ। ਧਰਮ ਗੁਰੂ ਜੀ ਦੀ ਸਿੱਖਿਆ ਕੀ ਕਹਿੰਦੀ ਹੈ ਇਹ ਨਹੀਂ ਵੇਖਣਾ, ਬਸ ਜੋ ਉਹ ਕਹੇ ਉਹੋ ਹੀ ਕਰਨਾ ਹੈ। ਇਸ ਤਰ੍ਹਾਂ ਹੁਣ ਪੈਗੰਬਰ ਦੀ ਇਹ ਗਲਤੀ ਹੈ। ਮਹਾਰਾਜ ਜੀ ਕਹਿੰਦੇ ਭਈ ਉਹ ਕਾਮ ਦੇ ਵਸ਼ੀਕਾਰ ਹੋ ਗਿਆ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਚਿੱਤ ਵਿੱਚ ਬੜੀ ਪਿਆਰੀ ਲੱਗਦੀ ਹੈ, ਜੋ ਕਹੇਂਗੀ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਲੱਖ ਆਪਣੇ ਪਰ ਅਧਿਕ ਲਭਾਇਓ। ਉਸ ਔਰਤ ਨੇ ਜਾਣ ਲਿਆ ਵੀ ਮੇਰੇ ਤੇ ਬੜਾ ਲਭਾਇਮਾਨ ਹੋ ਗਿਆ ਪੈਗੰਬਰ। ਤਿਸ ਔਰਤ ਨੇ ਅਹਿਦ ਸੁਨਾਇਓ। ਇਸ ਔਰਤ ਨੇ ਫਿਰ ਆਪਣਾ ਅਹਿਦ ਜਿਹੜਾ ਸੀ ਨਾ ਸੁਣਾ ਦਿੱਤਾ ਵੀ ਮੇਰਾ ਕੀ ਫੈਸਲਾ ਹੈ। ਉਸਨੇ ਸੁਣਾਉਣਾ ਕੀਤਾ, ਦੱਸਣਾ ਕੀਤਾ। ਦੇਹੋ ਤਲਾਕ ਤਿਸ ਬੀਵੀ ਜਬੈ। ਕਹਿਣ ਲੱਗੀ ਕਿ ਜਿਸ ਪਹਿਲੀ ਬੀਬੀ ਨੂੰ, ਆਪਣੀ ਬੇਗਮ ਨੂੰ ਜਦੋਂ ਤੁਸੀਂ ਤਲਾਕ ਦੇ ਦੇਵੋਗੇ, ਕਰੋ ਨਿਕਾਹ ਤੋਹੇ ਸੋ ਤਬੈ। ਤਦੋਂ ਮੈਂ ਤੁਹਾਡੇ ਨਾਲ ਫਿਰ ਨਿਕਾਹ ਕਰ ਲਵਾਂਗੀ। ਜਦੋਂ ਪਹਿਲੀ ਆਪਣੀ ਔਰਤ ਨੂੰ ਤੁਸੀਂ ਤਲਾਕ ਦੇਵੋਗੇ। ਪੁਨ ਪੈਗੰਬਰ ਕਾਮ ਤਪਾਇਓ। ਹੁਣ ਫਿਰ ਇਸ ਪੈਗੰਬਰ ਨੂੰ ਕਾਮ ਨੇ ਤਪਾਇਆ ਹੋਇਆ ਸੀਗਾ, ਕਾਮ ਵਾਸ਼ਨਾ ਵਿੱਚ ਇਹਦਾ ਚਿੱਤ ਰੁੜਿਆ ਹੋਇਆ ਸੀਗਾ। ਕਰਿਓ ਤਥਾ ਤ੍ਰਿਯ ਜਥਾ ਬਤਾਇਓ। ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਉਸ ਔਰਤ ਨੇ ਕਹਿਣਾ ਕੀਤਾ। ਦਈ ਤਲਾਕ ਪ੍ਰਥਮ ਕੀ ਨਾਰੀ। ਆਪਣੀ ਪਹਿਲਾਂ ਵਾਲੀ ਜਿਹੜੀ ਇਸਤਰੀ ਸੀ ਉਸ ਨੂੰ ਤਲਾਕ ਦੇ ਦੇਣਾ ਕੀਤਾ। ਕਰ ਨਿਕਾਹ ਭੋਗੀ ਉਰ ਪਿਆਰੀ। ਤੇ ਨਿਕਾਹ ਕਰਕੇ ਉਸ ਦੇ ਨਾਲ ਫਿਰ ਤੇ ਸਮੇਂ ਸੰਬੰਧ ਬਣਾਇਆ ਤੇ ਵਾਸ਼ਨਾ ਭੋਗਣਾ ਕੀਤੀ। ਕਿਤਕ ਬਰਖ ਲਗ ਰਾਮ ਕਰ ਸੰਗ। ਤੇ ਕਿੰਨੇ ਕੁ ਸਾਲਾਂ ਤੱਕ ਇਸ ਪ੍ਰਕਾਰ ਉਸ ਦੇ ਸਰੀਰਕ ਸੁੱਖ ਨੂੰ ਮਾਣ ਕਰਕੇ ਭਾਂਤ ਭਾਂਤ ਕਰ ਮੋਚ ਅਨੰਗ। ਤਰ੍ਹਾਂ ਤਰ੍ਹਾਂ ਨਾਲ ਜਿਹੜੀ ਸੀ ਕਾਮ ਵਾਸ਼ਨਾ ਦੇ ਸੁੱਖ ਜਿਹੜੇ ਸੀ ਇਸ ਨੇ ਭੋਗਣਾ ਕੀਤੇ। ਸਮਾ ਪਾਏ ਪੂਰਬਲੀ ਤ੍ਰਿਯ। ਤੇ ਸਮਾਂ ਪਾ ਕਰਕੇ ਜਿਹੜੀ ਪਹਿਲੀ ਇਸਤਰੀ ਸੀ ਨਾ ਜਿਸ ਨੂੰ ਤਲਾਕ ਦਿੱਤਾ ਹੋਇਆ ਸੀ, ਭੋਗਨ ਕਰੀ ਲਾਏ ਨਿਜ ਹੀ। ਫਿਰ ਆਪਣੇ ਹਿਰਦੇ ਦਾ ਪ੍ਰੇਮ ਲਾ ਕਰਕੇ ਉਸ ਦੇ ਨਾਲ ਇਹਨੇ ਜਾ ਕੇ ਸਰੀਰਕ ਸੰਬੰਧ ਪੈਦਾ ਕਰ ਲਿਆ। ਸੁਧ ਕੋ ਪਾਏ ਕ੍ਰੋਧ ਕਰ ਕਹਿਓ। ਤੇ ਜਦੋਂ ਜਿਸ ਇਸਤਰੀ ਨੇ ਐਦ ਕਰਵਾਇਆ ਸੀਗਾ ਉਹਨੂੰ ਜਦੋਂ ਪਤਾ ਲੱਗਿਆ, ਖਬਰ ਲੱਗੀ, ਤਾਂ ਤਿਸ ਸਮੇਂ ਫਿਰ ਪੜੋ ਪੰਕਤੀ। ਸੁਧ ਕੋ ਪਾਏ ਕ੍ਰੋਧ ਕਰ ਕਹਿਓ। ਖਬਰ ਨੂੰ ਪਾ ਕਰਕੇ ਉਸਨੇ ਫਿਰ ਕ੍ਰੋਧ ਕਰਕੇ ਇਉਂ ਕਹਿਣਾ ਕੀਤਾ। ਅਹਿਦ ਸ਼ਿਕਸਤ ਕੀਨ ਜਬ ਲਹਿਓ। ਕਹਿਣ ਲੱਗੀ ਵੀ ਜਿਹੜੀ ਐਦ ਕੀਤਾ ਸੀ ਮੇਰੇ ਨਾਲ, ਜਦੋਂ ਨਿਕਾਹ ਕਰਨਾ ਕੀਤਾ ਸੀ ਮੇਰੇ ਨਾਲ, ਇਹ ਜਿਹੜਾ ਪਹਿਲੀ ਔਰਤ ਨਾਲ ਕਿ ਕੋਈ ਸੰਬੰਧ ਨਹੀਂ ਰੱਖੋਗੇ, ਮੇਰੇ ਨਾਲ ਇਹ ਐਦ ਕੀਤਾ ਸੀਗਾ। ਸ਼ਰਾ ਅਦੂਲ ਭੂਲ ਜੋ ਧਰੈ। ਤੇ ਜਿਹੜਾ ਸ਼ਰਾ ਤੋਂ ਹੁਣ ਉਲਟ ਚੱਲੇ ਭੁੱਲ ਕਰਕੇ ਵੀ ਕਹੋ ਪੈਗੰਬਰ ਸੋ ਕਿਆ ਕਰੈ। ਤੇ ਦੱਸੋ ਪੈਗੰਬਰ ਜੀ ਫਿਰ ਉਹਦੇ ਨਾਲ ਕੀ ਕਰਨਾ ਚਾਹੀਦਾ ਜਿਹੜਾ ਸ਼ਰਾ ਤੋਂ ਉਲਟ ਚੱਲੇ, ਕਿਉਂਕਿ ਸ਼ਰਾ ਦੇ ਨਿਯਮ ਤਾਂ ਪੈਗੰਬਰਾਂ ਨੇ ਬਣਾਏ ਹਨ। ਪੈਗੰਬਰ ਉਸ ਨੂੰ ਕਹਿੰਦੇ ਆ ਜਿਹਨੂੰ ਅੱਲਾ ਵੱਲੋਂ ਪੈਗਾਮ ਆਵੇ ਤੇ ਅੱਗੇ ਆਪਣੀ ਉਮਤ ਨੂੰ ਪੈਗਾਮ ਦੇਵੇ, ਉਹਨੂੰ ਪੈਗੰਬਰ ਕਹਿੰਦੇ ਆ।
ਤੇ ਕਹਿਣ ਲੱਗੀ ਕਿ ਪੈਗੰਬਰ ਜੀ ਹੁਣ ਜਿਹੜਾ ਆਪ ਹੀ ਗਲਤੀ ਕਰੇ ਦੱਸੋ ਹੁਣ ਸ਼ਰਅ ਦੇ ਮੁਤਾਬਕ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ। ਇਬਰਾਹੀਮ ਕਹਿਓ ਬੈਦ ਤੇ ਜੋਏ ਫਿਰ ਇਬਰਾਹਿਮ ਨੇ ਇਸ ਤਰੀਕੇ ਨਾਲ ਕਹਿਣਾ ਕੀਤਾ। ਉਚਿਤ ਸਜ਼ਾਏ ਦੇਨ ਕੋ ਸੋਏ। ਕਹਿਣ ਲੱਗੇ ਵੀ ਉਹ ਇਬਰਾਹਿਮ ਆਪ ਹੀ ਕਹਿੰਦਾ ਵੀ ਸਜ਼ਾ ਦੇ ਤਾਂ ਉਚਿਤ ਵਾ, ਉਹ ਯੋਗ ਵਾ, ਜੇ ਸ਼ਰਅ ਤੋੜਦਾ ਹੈ ਤਾਂ ਫਿਰ ਸਜ਼ਾ ਤਾਂ ਉਸ ਨੂੰ ਮਿਲਣੀ ਚਾਹੀਦੀ ਹੈ। ਸ਼ਰਾ ਅਦੂਲ ਭੂਲ ਕੈ ਜਾਨ। ਤੇ ਸ਼ਰਅ ਨੂੰ ਜੇ ਅਦੂਲ ਦੇਵੇ ਭਾਵ ਸ਼ਰਅ ਨੂੰ ਤੋੜ ਦੇਵੇ ਜੇ ਭੁੱਲ ਕਰਕੇ ਵੀ ਅਣਜਾਣ ਪੁਣੇ ਵਿੱਚ, ਬਿਨਾ ਸਜ਼ਾਏ ਨਪਾਕ ਪਛਾਨ। ਬਿਨਾਂ ਸਜ਼ਾ ਤੋਂ ਪਵਿੱਤਰ ਨਹੀਂ ਹੋ ਸਕਦਾ, ਇਸ ਗੱਲ ਨੂੰ ਪਹਿਚਾਨਣਾ ਕਰ। ਘਾਤ ਪਾਏ ਤ੍ਰਿਏ ਤਬੈ ਸੁਨਾਈ। ਤੇ ਫਿਰ ਉਹ ਤਾਂ ਚਾਹੁੰਦੀ ਸੀ ਪੈਗੰਬਰ ਤੋਂ ਹੀ ਪੁੱਛਾਂ, ਉਹਨੇ ਤੇ ਸਮੇਂ ਫਿਰ ਘਾਤ ਪਾ ਕੇ ਭਾਵ ਦਾ ਪਾ ਕੇ ਤੇ ਕਹਿਣਾ ਕੀਤਾ ਸ਼ਰਾ ਅਦੂਲੀ ਤੁਮਹੋ ਕਮਾਈ। ਕਿ ਪੈਗੰਬਰ ਜੀ ਸ਼ਰਅ ਤੁਸਾਂ ਹੀ ਤੋੜੀ ਹੈ ਆਪ। ਉਹਨੇ ਪਹਿਲੋਂ ਕਿਹਾ ਵੀ ਜੇ ਸ਼ਰਅ ਤੋੜ ਦੇ ਤੇ ਕੀ ਹੋਵੇ, ਕਹਿੰਦਾ ਸਜ਼ਾ ਮਿਲਣੀ ਚਾਹੀਦੀ ਹੈ, ਤੇ ਸਜ਼ਾ ਦੇ ਭੋਗਣੇ ਕਰਕੇ ਫਿਰ ਪਾਕ ਹੋ ਸਕਦਾ, ਫਿਰ ਪਵਿੱਤਰ ਹੋ ਸਕਦਾ। ਤੇ ਉਹਨੇ ਫਿਰ ਪਹਿਲੋਂ ਕਹਾ ਲਿਆ ਪੈਗੰਬਰ ਜੀ ਦੇ ਮੂੰਹ ਤੋਂ, ਤੇ ਫਿਰ ਕਹਿਣ ਲੱਗੀ ਕਿ ਪੈਗੰਬਰ ਜੀ ਸ਼ਰਅ ਤੁਸਾਂ ਆਪ ਖੁਦ ਤੋੜੀ ਹੈ। ਦਈ ਤਲਾਕ ਰਮੀ ਸੋ ਫੇਰ। ਜਿਹੜੀ ਇਸਤਰੀ ਨੂੰ ਤਲਾਕ ਦਿੱਤਾ ਸੀ ਫਿਰ ਜਾ ਕਰਕੇ ਉਹਦੇ ਨਾਲ ਸਰੀਰਕ ਸੰਬੰਧ ਪੈਦਾ ਕੀਤਾ ਏ। ਉਚਿਤ ਸਜ਼ਾਏ ਆਪ ਕੋ ਹੇਰ। ਮੈਂ ਹੁਣ ਤੁਹਾਨੂੰ ਸਜ਼ਾ ਦੇ ਉਚਿਤ ਯੋਗ ਵੇਖਿਆ ਵੀ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੁਨ ਬੀਵੀ ਕੇ ਬਾਕ ਅਭੂਲ। ਆਪਣੀ ਔਰਤ ਦੇ ਇਹ ਅਚੂਕ ਵਾਕ ਜਿਹੜੇ ਸੀ ਨਾ, ਇਹ ਸੁਣ ਕਰਕੇ ਜਿਸ ਸਮੇਂ ਪੈਗੰਬਰ ਨੇ ਕਹਿਓ ਪੈਗੰਬਰ ਕਰੀ ਕਬੂਲ। ਤੇ ਸਮੇਂ ਪੈਗੰਬਰ ਨੇ ਕਬੂਲ ਕਰਨਾ ਕੀਤੇ ਵੀ ਮੈਂ ਕਬੂਲ ਕਰਦਾ ਹਾਂ ਆਪਣੀ ਗਲਤੀ ਨੂੰ। ਜਿਮ ਚਾਹਤ ਤਿਮ ਕੀਜੇ ਪਿਆਰੀ। ਇਹ ਪਿਆਰੀ ਤੂੰ ਜਿਸ ਤਰ੍ਹਾਂ ਚਾਹੁੰਦੀ ਆ ਉਸ ਤਰ੍ਹਾਂ ਕਰ ਲੈਣਾ ਕਰ। ਪੈਗੰਬਰ ਨੇ ਆਪਣੀ ਗਲਤੀ ਜਿਹੜੀ ਆ ਕਬੂਲ ਕਰ ਲਈ ਹੈ, ਕਿਹਾ ਕਿ ਮੇਰੀ ਗਲਤੀ ਹੈ, ਮੈਂ ਭੁੱਲ ਕੀਤੀ ਹੈ, ਤੇ ਜਿਸ ਤਰ੍ਹਾਂ ਤੂੰ ਚਾਹੁੰਦੀ ਆ ਤੂੰ ਉਸ ਤਰ੍ਹਾਂ ਕਰ ਲੈਣਾ ਕਰ। ਮੈਂ ਸਦੀਵ ਤੇਰੇ ਅਨੁਸਾਰੀ। ਮੈਂ ਤਾਂ ਸਦਾ ਤੇਰੇ ਅਨੁਸਾਰੀ ਹੀ ਹਾਂ। ਸੁਨ ਤ੍ਰਿਯ ਕਹੇ ਅੰਗ ਜੋ ਲਾਏ। ਸੁਣ ਕਰਕੇ ਇਸਤਰੀ ਕਹਿਣ ਲੱਗੀ ਵੀ ਜਿਹੜੇ ਤੂੰ ਅੰਗ ਜਿਹੜੇ ਆ ਉਹਦੇ ਨਾਲ ਛੁਹਾਏ ਹਨ, ਦੇਹੋ ਕਟਾਏ ਇਹ ਉਚਿਤ ਸਜ਼ਾਏ। ਇਹ ਹੀ ਸਜ਼ਾ ਉਚਿਤ ਵਾ, ਯੋਗ ਆ ਉਹਨਾਂ ਅੰਗਾਂ ਨੂੰ ਕੱਟ ਦੇਣਾ ਚਾਹੀਦਾ ਏ। ਕਰ ਤਲਾਕ ਪੁਨ ਤਿਸ ਤੈ ਭੁਗਾ। ਤੇ ਤਲਾਕ ਦੇ ਕਰਕੇ ਫਿਰ ਉਸ ਦੇ ਨਾਲ ਤੂੰ ਸਰੀਰਕ ਸੰਬੰਧ ਪੈਦਾ ਕਰਕੇ ਵਾਸ਼ਨਾ ਨੂੰ ਭੋਗਣਾ ਕੀਤਾ। ਜਾਂ ਤੇ ਕਸ਼ਟ ਦੇਨ ਕੇ ਜੁਗਾ। ਇਸ ਕਰਕੇ ਸਜ਼ਾ ਦੇ ਦੇਣ ਦੇ ਤਾਂ ਯੋਗ ਹੋਏ ਸਮੇਂ ਤੁਸੀਂ, ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੁਣ ਕੇ ਸ਼ਰਾਬ ਬਾਤ ਸੱਚ ਸੋਏ। ਸ਼ਰਅ ਦਾ ਇਹ ਵਾਕ ਸੱਚਾ ਸੁਣ ਕਰਕੇ ਵੀ ਸ਼ਰਅ ਵੀ ਇਉਂ ਹੀ ਕਹਿੰਦੀ ਹੈ ਜਿਹੜੀ ਆਪ ਹੀ ਬਣਾਈ ਹੈ, ਤੇ ਸ਼ਰਅ ਦੇ ਇਉਂ ਵਾਕ ਸੱਚੇ ਸੁਣ ਕਰਕੇ ਦੀਨ ਹੋਏ ਬੰਦੇ ਕਰ ਦੋਏ। ਦੀਨ ਹੋ ਕਰਕੇ ਬੜੇ ਗਰੀਬ ਜੇ ਹੋ ਕਰਕੇ ਨਿਮਾਣੇ ਜੇ ਹੋ ਕਰਕੇ ਪੈਗੰਬਰ ਨੇ ਆਪਣੀ ਔਰਤ ਦੇ ਅੱਗੇ ਦੋਵੇਂ ਹੱਥ ਜੋੜ ਲਏ। ਪ੍ਰਿਆ ਬਾਤ ਤੈ ਸਾਚ ਬਾਚੀ। ਕਹਿਣ ਲੱਗੇ ਵੀ ਇਹ ਪਿਆਰੀ ਤੂੰ ਗੱਲ ਜਿਹੜੀ ਆ ਉਹ ਸੱਚੀ ਕਹਿਣਾ ਕੀਤੀ ਹੈ। ਲਿਹੋ ਬਚਾਏ ਚਿਤ ਜੇ ਰੁਚ ਰਾਚੀ। ਜੇ ਤੇਰੇ ਚਿੱਤ ਵਿੱਚ ਹੁਣ ਇਹ ਰੁਚੀ ਇੱਛਾ ਆ ਹੀ ਗਈ ਹੈ ਮੈਨੂੰ ਸਜ਼ਾ ਦੇਣ ਦੀ, ਪਰ ਗੱਲ ਇਉਂ ਕਰ ਵੀ ਮੈਨੂੰ ਬਚਾ ਵੀ ਲੈ, ਕਿਉਂਕਿ ਜਿਹੜੇ ਹੁਣ ਅੰਗ ਛੁਹਾਏ ਐ ਤੇ ਉਹ ਤਾਂ ਅੰਗ ਜੇ ਕੱਟ ਦਿੱਤੇ ਤੇ ਬੰਦੇ ਦੀ ਤਾਂ ਮੌਤ ਹੈ। ਕਹਿਣ ਲੱਗਾ ਵੀ ਗੱਲ ਹੈ ਮੇਰੀ ਜਿੰਦ ਵੀ ਬਚ ਜਾਵੇ ਤੇ ਤੇਰੀ ਗੱਲ ਵੀ ਪੂਰੀ ਹੋ ਜਾਵੇ। ਜਥਾ ਸਜ਼ਾਏ ਹੋਏ ਪੀ ਜਾਏ। ਜਿਸ ਤਰ੍ਹਾਂ ਸਜ਼ਾ ਵੀ ਪੂਰੀ ਹੋ ਜਾਵੇ। ਜੀਅਤ ਰਹਾ ਤੁਝ ਸੋ ਸੁਖ ਪਾਏ। ਤੇ ਜਿਉਂਦਾ ਵੀ ਰਵਾਂ ਤੇ ਤੇਰੇ ਨਾਲ ਮੈਂ ਜਿਉਂਦਾ ਰਹਿ ਕਰਕੇ ਸੁਖ ਪਾਉਣਾ ਕਰਾ। ਭਇਓ ਦੀਨ ਤ੍ਰਿਯ ਕਰੁਣਾ ਧਰੀ। ਜਦੋਂ ਇਉਂ ਗਰੀਬੀ ਨਾਲ ਬੜੀ ਨਿਮਰਤਾ ਨਾਲ ਪੈਗੰਬਰ ਜੀ ਨੇ ਬੇਨਤੀ ਕੀਤੀ ਤੇ ਇਸਤਰੀ ਨੂੰ ਵੀ ਤੇ ਸਮੇਂ ਮਨ ਵਿੱਚ ਦਇਆ ਆ ਗਈ। ਇਮ ਸਜ਼ਾਏ ਪਤ ਕੇ ਸੰਗ ਕਰੀ। ਉਹਨੇ ਆਪਣੇ ਪਤੀ ਦੇ ਤਾਈਂ ਫਿਰ ਪੈਗੰਬਰ ਦੇ ਤਾਈਂ ਇਸ ਤਰ੍ਹਾਂ ਸਜ਼ਾ ਦੇਣਾ ਕੀਤੀ। ਹਾਥ ਲਗੇ ਨਹਿ ਕਾਟਨ ਕੀਨ। ਕਿਉਂਕਿ ਹੱਥ ਲੱਗੇ ਸੀ ਹੁਣ ਔਰਤ ਨੂੰ, ਜਦੋਂ ਕਾਮ ਵਾਸ਼ਨਾ ਭੋਗਦਾ ਮਨੁੱਖ ਤੇ ਕਿਹੜੇ ਸਰੀਰ ਦੇ ਅੰਗ ਜਿਹੜੇ ਨਹੀਂ ਛੂੰਹਦੇ, ਤੇ ਸਮੇਂ ਉਹਨੇ ਹੱਥ ਲੱਗੇ ਹੋਣ ਕਰਕੇ ਹੱਥ ਕੱਟਣੇ ਸੀ ਨਾ,
ਤੇ ਕੀ ਸਜ਼ਾ ਦਿੱਤੀ ਹੈ ਫਿਰ ਪੜੋ। ਹਾਥ ਲਗੇ ਨਹਿ ਕਾਟਨ ਕੀਨ। ਹੱਥ ਲੱਗੇ ਸੀ ਪਰ ਹੱਥ ਨਹੀਂ ਕੱਟਣਾ ਕੀਤੇ, ਤੇ ਹੱਥਾਂ ਦੇ ਬਦਲੇ ਕੀ ਕੱਟਿਆ ਹੈ। ਤਿੰਨ ਪਲਟੇ ਕਾਟੀ ਅਸਤੀਨ। ਉਸ ਦੇ ਪਲਟੇ ਬਦਲੇ ਵਿੱਚ ਜਿਹੜਾ ਸੀ ਨਾ, ਜਿਵੇਂ ਝੱਗਾ ਪਾਉਂਦੇ ਆ ਮੁਸਲਮਾਨ, ਜਿਹੜਾ ਚੋਲਾ ਪਾਉਂਦੇ ਆ, ਉਸ ਦੀਆਂ ਬਾਹਾਂ ਕੱਟ ਦਿੱਤੀਆਂ ਚੋਲੇ ਦੀਆਂ। ਤੇ ਉੱਚਾ ਜਿਹੜਾ ਇਸ ਪ੍ਰਕਾਰ ਬਾਹਾਂ ਲੰਬੀਆਂ ਰੱਖ ਕਰਕੇ ਨਹੀਂ ਪਾਉਂਦੇ ਹਨ। ਇਸ ਪ੍ਰਕਾਰ ਇਹ ਦੱਸਿਆ, ਜਿਹੜੇ ਚਿੰਨ੍ਹ ਇੱਥੇ ਹੁਣ ਆਉਣਗੇ ਨਾ ਉਹਨਾਂ ਦਾ ਹੀ ਜ਼ਿਕਰ ਦੱਸਣਗੇ ਮਹਾਰਾਜ। ਤੇ ਉਹ ਜਿਹੜੇ ਉਹਨੇ ਉਸ ਦੀ ਝੱਗੇ ਦੇ ਜਿਹੜੇ ਚੋਲੇ ਦੇ ਉਹ ਬਾਹਾਂ ਜਿਹੜੀਆਂ ਹੁੰਦੀਆਂ, ਜਿਵੇਂ ਕਮੀਜ਼ ਦੀਆਂ ਬਾਹਾਂ ਹੁੰਦੀਆਂ, ਇਵੇਂ ਉਹ ਕੱਪੜੇ ਦੀਆਂ ਬਾਹਾਂ ਜਿਹੜੀਆਂ ਬਣੀਆਂ ਹੋਈਆਂ ਉਹ ਕੱਟ ਦਿੱਤੀਆਂ। ਲਿੰਗ ਕਟਨ ਤੇ ਸੁਨਤ ਕਰੀ। ਤੇ ਉਪਸ ਦੇ ਇੰਦਰੀ ਦੇ ਕੱਟਣ ਤੋਂ ਕੀ ਕੀਤਾ, ਅੱਗੋਂ ਜਿਹੜਾ ਸੀ ਮਾਸ ਉਹ ਕੱਟ ਦਿੱਤਾ, ਜਿਹਨੂੰ ਸੁੰਨਤ ਕਰਨੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਅੰਗੋਂ ਇੰਦਰੀ ਦਾ ਜਿਹੜਾ ਮਾਸ ਸੀ ਨਾ ਉਹ ਕੱਟ ਦੇਣਾ ਕੀਤਾ। ਆ ਧਰਨ ਤੇ ਦ્વੈ ਮੂਛਨ ਹਰੀ। ਤੇ ਬੁੱਲ ਲੱਗੇ ਹੁੰਦੇ ਆ ਵਾਸ਼ਨਾ ਭੋਗਣ ਲੱਗਿਆਂ, ਤੇ ਬੁੱਲਾਂ ਦੀ ਥਾਂ ਤੇ ਮੁੱਛਾਂ ਦੋਵੇਂ ਲਾਤੀਆਂ। ਮੁਸਲਮਾਨਾਂ ਦੇ ਮੁੱਛਾਂ ਹੁੰਦੀਆਂ ਸੀ ਪਹਿਲਾਂ। ਮਹਾਰਾਜ ਜੀ ਹੁਣ ਦੱਸਦੇ ਵੀ ਗਈਆਂ ਕਦੋਂ ਤੋਂ ਐ। ਸਤਿਗੁਰੂ ਜੀ ਕਹਿੰਦੇ ਸਜ਼ਾ ਮਿਲੀ ਪੈਗੰਬਰ ਜੀ ਨੂੰ, ਤੇ ਉਹਨੇ ਦੋਵੇਂ ਮੁੱਛਾਂ ਜਿਹੜੀਆਂ ਸੀ ਉਹ ਮਨਾ ਦਿੱਤੀਆਂ। ਛਾਤੀ ਪਰ ਤੇ ਕਰਤੇ ਬਾਰਾ। ਤੇ ਛਾਤੀ ਤੇ ਵੀ ਨਹੀਂ ਰੱਖਦੇ ਕੇਸ। ਇਹ ਵੀ ਇਸੇ ਕਰਕੇ ਕਿ ਪੈਗੰਬਰ ਜੀ ਨੂੰ ਸਜ਼ਾ ਮਿਲੀ ਸੀ ਛਾਤੀ ਨਾਲ ਲੱਗਣੇ ਕਰਕੇ, ਉਹਨੇ ਛਾਤੀ ਦੇ ਕੇਸ ਜਿਹੜੇ ਸੀ ਲਵਾ ਦਿੱਤੇ। ਸਿਰ ਤੇ ਜੂੜਾ ਕਾਟ ਉਤਾਰਾ। ਸਿਰ ਤੋਂ ਇਬਰਾਹੀਮ ਜੀ ਦੇ ਜਿਹੜਾ ਜੂੜਾ ਸੀ ਉਹ ਕੱਟ ਕੇ ਉਤਾਰ ਦਿੱਤਾ ਕੇਸਾਂ ਦਾ। ਤਿਸ ਉਮਤ ਅਵਲੋਕਿਓ ਐਸੇ। ਜਦੋਂ ਪੈਗੰਬਰ ਜੀ ਫਿਰ 40 ਦਿਨ ਅੰਦਰ ਹੀ ਰਹੇ, ਵੀ ਕੀ ਦਿਖਾਵਾਂਗੇ ਮੂੰਹ ਹੁਣ ਬਾਹਰ। ਤੇ ਜਦੋਂ ਬਾਹਰ ਆਏ ਤੇ ਉਮਤ ਨੇ ਪੁੱਛਿਆ, ਮਹਾਰਾਜ ਇਹ ਕੀ ਹੋਇਆ ਹੈ? ਕਹਿੰਦੇ ਅੱਲਾਹ ਵੱਲੋਂ ਹੁਣ ਪੈਗਾਮ ਆਇਆ ਹੈ। ਇਸ ਤਰ੍ਹਾਂ ਦਾ ਹੀ ਹੁਣ ਫਿਰਕਾ ਚੱਲੇਗਾ। ਇਸ ਤਰ੍ਹਾਂ ਉਹਨਾਂ ਨੇ ਸਾਰਿਆਂ ਨੇ ਅੱਗੇ ਆਇਆ ਹੋਇਆ ਪੈਗਾਮ ਧਾਰਨ ਕਰ ਲਿਆ। ਮੁੱਛਾਂ ਲਵਾਤੀਆਂ, ਸਿਰ ਦੇ ਕੇਸ ਲਵਾਤੇ, ਛਾਤੀ ਦੇ ਕੇਸ ਲਵਾਤੇ, ਝੱਗੇ ਦੀਆਂ ਬਾਹਾਂ ਕੱਟ ਕੇ ਉੱਚਾ ਬਾਹਾਂ ਵਾਲਾ ਜਿਹੜਾ ਸੀ ਚੋਲਾ ਉਹ ਪਾਉਣਾ ਸ਼ੁਰੂ ਕਰ ਦਿੱਤਾ। ਸਭ ਹਿਨ ਕਰੀ ਵਾਰਤਾ ਤੈਸੇ। ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਸਾਰਿਆਂ ਨੇ ਉਹ ਵਾਰਤਾ ਹੀ ਕਰ ਲਈ ਜਿਹੜੀ ਪੈਗੰਬਰ ਨੂੰ ਸਜ਼ਾ ਮਿਲੀ ਸੀ। ਉਹਨਾਂ ਸੋਚਿਆ ਵੀ ਇਹੀ ਦੱਸੀਏ ਹੁਣ ਵੀ ਸਾਨੂੰ ਪੈਗਾਮ ਆਇਆ ਹੈ, ਤੇ ਸਾਰੀ ਉਮਤ ਨੂੰ ਉਸੇ ਤਰ੍ਹਾਂ ਹੀ ਧਾਰਨ ਕਰਵਾਤਾ ਉਹ ਸਾਰਾ ਕੁਝ ਜੋ ਸਜ਼ਾ ਰੂਪ ਵਿੱਚ ਆਪ ਨੂੰ ਮਿਲਿਆ ਸੀ। ਇਮ ਤੁਰਕਨ ਸਭ ਕੇਸ ਕਟਾਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਰੇ ਤੁਰਕਾਂ ਨੇ ਕੇਸ ਕਟਾ ਦਿੱਤੇ ਐ। ਪੂਰਬਲੀ ਮਰਿਆਦ ਮਿਟਾਏ। ਪੂਰਬਲੀ ਪਹਿਲੀ ਮਰਿਆਦਾ ਉਹਨਾਂ ਨੇ ਆਪਣੇ ਪੈਗੰਬਰਾਂ ਦੀ ਹਟਾ ਹੀ ਦਿੱਤੀ ਹੈ। ਤੇ ਇਹ ਤਾਂ ਜੇ ਗਲਤੀ ਹੋਈ ਹੈ ਕਿਸੇ ਕੋਲੋਂ ਤਾਂ ਉਹਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀ, ਪਰ ਉਮਤ ਨੂੰ ਹੀ ਅੱਗੇ ਜਿਹੜਾ ਹੈ ਇਹ ਪੈਗਾਮ ਸੁਣਾ ਦਿੱਤਾ। ਕੇਸ ਕੱਟਣੇ ਮੁਸਲਮਾਨਾਂ ਦੇ ਧਰਮ ਵਿੱਚ ਵੀ ਮਹਾਰਾਜ ਕਹਿੰਦੇ ਨਹੀਂ ਸੀਗੇ, ਕੇਸ ਨਹੀਂ ਸੀ ਕੱਟਦੇ। ਤੇ ਇਹ ਤਾਂ ਵੇਖੋ ਹੁਣ ਪੈਗੰਬਰ ਦੀ ਗਲਤੀ ਹੈ ਨਾ, ਤਾਂ ਉਸਨੇ ਸਾਰੀ ਉਮਤ ਨੂੰ ਹੀ ਕਿਹਾ ਕਿ ਅੱਲਾਹ ਵੱਲੋਂ ਪੈਗਾਮ ਆਇਆ ਹੈ। ਸਤਿਗੁਰੂ ਜੀ ਕਹਿੰਦੇ ਉਦੋਂ ਤੋਂ ਭਾਈ ਤੁਰਕਾਂ ਵਿੱਚ ਕੇਸ ਕੱਟਣ ਦੀ ਰਵਾਇਤ ਪਈ ਹੈ। ਪੁਨ ਹਿੰਦਨ ਕੀ ਸੁਣੋ ਕਹਾਣੀ। ਮਹਾਰਾਜ ਕਹਿੰਦੇ ਹੁਣ ਹਿੰਦੂਆਂ ਦੀ ਕਹਾਣੀ ਸੁਣ ਪਈ ਨੌ-ਨਿਧ ਖੱਤਰੀ। ਇਹ ਮਹਾਰਾਜ ਦਾ ਫਿਰਕਾ ਨਾ ਸਾਧ ਸੰਗਤ ਜੀ ਜਿਹੜਾ ਖਾਲਸਾ ਪੰਥ ਵੈ, ਇਹ ਦੋਹਾਂ ਤੋਂ ਨਿਆਰਾ ਹੈ ਤੇ ਯੂਨੀਵਰਸਲ ਧਰਮ ਹੈ ਸੱਚੇ ਪਾਤਸ਼ਾਹ ਜੀ ਦਾ। ਉਦਣ ਵੀ ਬੇਨਤੀ ਕੀਤੀ ਸੀ ਵੀ ਜੇ ਤਾਂ ਕੋਈ ਕੇਸਾਂ ਦੀ ਬੇਅਦਬੀ ਨਹੀਂ ਕਰਦਾ ਉਹਨੂੰ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਕਹੇਗਾ, ਸਰਦਾਰ ਜੀ ਕਹੇਗਾ। ਅੱਜ ਦਾ ਸਮਾਂ ਦੇਖੋ ਸਾਰਿਆਂ ਦੇ ਅਵਤਾਰ ਤੇ ਪੈਗੰਬਰ ਸਤਿਕਾਰਯੋਗ ਨੇ। ਆਪਾਂ ਕਿਸੇ ਦਾ ਕੋਈ ਨਰਾਦਰ ਨਹੀਂ ਕਰਦੇ, ਪਰ ਜੋ ਇਤਿਹਾਸਕ ਤੱਥ ਆਉਂਦੇ ਆ ਕੇਵਲ ਉਹ ਦੱਸਦੇ ਆ। ਜੇ 33 ਕਰੋੜ ਦੇਵੀ ਦੇਵਤਾ ਹੈ, ਹਿੰਦੂ ਵੀਰ ਪੂਜਾ ਕਰਦੇ ਆ ਤਾਂ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ, ਪਰ ਸਾਡੇ ਇਸ਼ਟ ਦੇਵਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਇਸ ਕਰਕੇ ਜੇ ਕੋਈ ਰਾਮਨਾਮੀ ਆਉਂਦੀ ਹੈ ਜਾਂ ਕ੍ਰਿਸ਼ਨ ਅਸ਼ਟਮੀ ਆਉਂਦੀ ਹੈ ਤੇ ਉਹ ਉਹਨਾਂ ਨੂੰ ਜੀ ਸਦਕੇ ਜਿਵੇਂ ਆਪਣੇ ਗੁਰੂ ਸਾਹਿਬਾਂ ਦਾ ਅਸੀਂ ਅਵਤਾਰ ਪੁਰਬ ਮਨਾਉਂਦੇ ਹਾਂ ਤਾਂ ਹਿੰਦੂ ਵੀਰ ਮਨਾਉਣ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਵੀ ਆ ਕਰਕੇ ਕਹਿਣ ਲੱਗੇ ਸੀ ਬ੍ਰਾਹਮਣ ਕਿ ਮਹਾਰਾਜ ਅੱਜ ਕ੍ਰਿਸ਼ਨ ਅਸ਼ਟਮੀ ਹੈ ਤੇ ਤੁਸੀਂ ਕਿਉਂ ਨਹੀਂ ਮਨਾਉਂਦੇ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਕਿ ਭਈ ਇਹ ਸਾਡੇ ਮਤ ਵਿੱਚ ਨਹੀਂ ਹੈ, ਕਿਉਂਕਿ ਤੁਸੀਂ ਜਿਸ ਤਰ੍ਹਾਂ ਠਾਕੁਰ ਦਾ ਜਨਮ ਦੱਸਦੇ ਹੋ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਡੇ ਸਿਧਾਂਤ ਮੁਤਾਬਕ ਇਹ ਠੀਕ ਨਹੀਂ ਹੈ। ਉਹ ਸਾਧ ਸੰਗਤ ਜੀ ਲੈ ਕੇ ਨਾ ਕੋਈ ਮਤੀਰਾ
ਤੇ ਉਹਦੇ ਵਿੱਚ ਆਪ ਹੀ ਪਹਿਲਾਂ ਛੇਕ ਕਰਕੇ ਤੇ ਪੱਥਰ ਪਾਇਆ ਹੁੰਦਾ ਛੋਟਾ ਜਿਹਾ, ਤੇ ਫਿਰ ਸਵੇਰੇ ਜਿੱਦਣ ਜਨਮ ਅਸ਼ਟਮੀ ਹੁੰਦੀ ਆ ਉਹਦੇ ਵਿੱਚੋਂ ਨਾ ਮਤੀਰੇ 'ਚੋਂ ਪੱਥਰ ਬਾਹਰ ਕੱਢਦੇ ਆ, ਕਹਿੰਦੇ ਲੈ ਵੀ ਠਾਕੁਰ ਦਾ ਜਨਮ ਹੋਇਆ। ਮਹਾਰਾਜ ਕਹਿੰਦੇ ਨੇ ਜਿਹੜਾ ਮੂੰਹ ਇਹ ਕਹਿੰਦਾ ਹੈ ਸੋ ਮੁਖ ਜਲੋ ਜੋ ਕਹੈ ਠਾਕੁਰ ਜੂਨੀ, ਵੀ ਜਿਹੜਾ ਕਹਿੰਦਾ ਠਾਕੁਰ ਜੂਨੀਆਂ ਵਿੱਚ ਆਉਂਦਾ ਤਾਂ ਉਹ ਜੀਭਾ ਹੀ ਮੂੰਹ ਹੀ ਜਲ ਜਾਵੇ। ਮਹਾਰਾਜ ਨੇ ਕਿਹਾ ਵੀ ਤੁਸੀਂ ਕਹਿੰਦੇ ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਵੀ 8ਵੀਂ ਨੂੰ ਗੋਬਿੰਦ ਦਾ ਜਨਮ ਹੋਇਆ ਹੈ, ਹੋਰ ਥਿੱਤਾਂ ਕਿੱਧਰ ਜਿਹੜੀਆਂ ਚਲੀ ਗਈਆਂ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਤੇ ਸਾਡੇ ਵੀ ਵੀਰ ਕਈ ਭੁੱਲ ਕਰਕੇ ਉਹ ਜਨਮ ਅਸ਼ਟਮੀ ਤੇ ਵੇਖੋ ਆਪਾਂ ਕ੍ਰਿਸ਼ਨ ਜੀ ਦਾ ਸਤਿਕਾਰ ਕਰਦੇ ਹਾਂ, ਜਿੱਥੇ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਤੇ ਸਤਿਗੁਰੂ ਬਾਣੀ ਵਿੱਚ ਵੀ ਜ਼ਿਕਰ ਕਰਦੇ ਆ। ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਅਵਤਾਰਾਂ ਦੀਆਂ 16 ਕਲਾ ਜਾਂ 14 ਕਲਾ ਜਿਹੜੀਆਂ ਖੂਬੀਆਂ ਜੋ ਉਹਨਾਂ ਨੇ ਵਰਤਾਏ ਹੈ, ਉਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਹੇ ਹੈ। ਤੇ ਸਾਨੂੰ ਸਤਿਗੁਰੂ ਜੀ ਦੀ ਸਿੱਖਿਆ ਨੂੰ ਜਿਹੜਾ ਹੈ ਨਾ ਨਿਰਖ ਕੇ ਪਹਿਚਾਣ ਕੇ ਧਾਰਨ ਕਰਨਾ ਚਾਹੀਦਾ, ਨਾ ਕਿ ਕਿਸੇ ਕੁਮਾਰਗ ਤੇ ਚੱਲਣਾ ਚਾਹੀਦਾ। ਸਤਿਕਾਰ ਆਪਾਂ ਸਭ ਦਾ ਕਰਦੇ ਹਾਂ, ਪਰ ਆਖੇ ਸਾਨੂੰ ਲੱਗਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਸਤਿਗੁਰੂ ਜੀ ਜੋ ਸਾਨੂੰ ਸਿੱਖਿਆ ਦਿੱਤੀ ਹੈ, ਉਹ ਸਿੱਖਿਆ ਮੁਤਾਬਕ ਸਾਨੂੰ ਆਪਣਾ ਜੀਵਨ ਜਿਉਣਾ ਚਾਹੀਦਾ। ਤੋ ਸਤਿਗੁਰੂ ਮਹਾਰਾਜ ਜੀ ਹੁਣ ਹਿੰਦੂਆਂ ਬਾਰੇ ਦੱਸਦੇ ਆ ਵੀ ਕੇਸ ਤਾਂ ਕੱਟਣੇ ਹਿੰਦੂਆਂ ਵਿੱਚ ਵੀ ਹੈ ਨਹੀਂ ਸੀਗੇ। ਇਹ ਮਹਾਰਾਜ ਧਰਮ ਹੀ ਦੱਸ ਰਹੇ ਆ। ਜੇ ਇਸਲਾਮ ਦੇ ਵੀ ਚੰਗੇ ਪੀਰਾਂ ਨਾਲ ਵੇਖੋ ਨਾ, ਤੇ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਜੀ ਵੀ ਕੇਸਾ ਧਾਰੀ ਸੀਗੇ, ਸਾਈਂ ਮੀਆਂ ਮੀਰ ਜੀ ਵੀ ਕੇਸਾ ਧਾਰੀ ਸੀਗੇ। ਬੜੇ ਬੜੇ ਪੀਰ ਫਕੀਰ ਕੇਸਾ ਧਾਰੀ ਹੋਏ, ਕਿਉਂਕਿ ਉਹਨਾਂ ਨੂੰ ਇਲਮ ਸੀਗਾ ਕਿ ਗਲਤੀ ਪੈਗੰਬਰ ਤੋਂ ਹੋਈ ਹੈ, ਵੀ ਅਸੀਂ ਕਿਉਂ ਕੇਸਾਂ ਦੀ ਬੇਅਦਬੀ ਕਰੀਏ। ਉਹਨਾਂ ਨੂੰ ਇਲਮ ਸੀ ਇਸ ਗੱਲ ਦਾ, ਜਿਹੜੇ ਪਹੁੰਚੇ ਹੋਏ ਸਨ। ਇਸ ਤਰ੍ਹਾਂ ਮਹਾਰਾਜ ਹੁਣ ਹਿੰਦੂਆਂ ਦੀ ਬਾਬਤ ਸਤਿਗੁਰੂ ਕਹਿੰਦੇ ਨੌ ਨਿਤ ਖੱਤਰੀ ਸੁਣਨਾ ਕਰ ਹੋਇਓ ਪਰਸਰਾਮ ਬਲਖਾਨੀ। ਮਹਾਰਾਜ ਕਹਿੰਦੇ ਕਿ ਪਰਸਰਾਮ ਹੋਇਆ ਹੈ, ਬੜਾ ਬਲਖਾਨੀ, ਬੜਾ ਬਲ ਵਾਲਾ ਯੋਧਾ ਹੋਇਆ ਹੈ ਇਹ ਪਰਸਰਾਮ, ਜਿਹਨੇ ਸਾਧ ਸੰਗਤ ਜੀ ਸ਼੍ਰੀ ਰਾਮਚੰਦਰ ਜੀ ਦੇ ਸਮੇਂ ਜਦੋਂ ਧਨੁਸ਼ ਤੋੜਿਆ ਸੀ, ਇਹ ਗੁੱਸੇ 'ਚ ਆ ਗਿਆ ਸੀ ਉਸ ਤਰ੍ਹਾਂ। ਇਹ ਬਹੁਤ ਇਸ ਦਾ ਇਤਿਹਾਸ ਮਹਾਰਾਜ ਜੀ ਨੇ 24 ਅਵਤਾਰਾਂ ਵਿੱਚ ਇੱਕ ਪਰਸਰਾਮ ਦਾ ਵੀ, ਕਿਉਂਕਿ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਗਿਆ, ਇਹ ਅਵੇਸ਼ਾ ਅਵਤਾਰ ਮੰਨਿਆ ਕਿ ਪਹਿਲੋਂ ਇਹਦੇ ਵਿੱਚ ਅਵਤਾਰਾਂ ਵਾਲੀ ਸ਼ਕਤੀ ਨਹੀਂ ਸੀਗੀ, ਤਪ ਕਰਕੇ ਇਹਦੇ ਵਿੱਚ ਅਵਤਾਰ ਵਾਲੀ ਸ਼ਕਤੀ ਆ ਗਈ ਸੀਗੀ। ਮਹਾਰਾਜ ਕਹਿੰਦੇ ਜਿਹੜਾ ਬਲ ਵਾਲਾ ਪਰਸ਼ੁਰਾਮ ਹੋਇਆ ਹੈ, ਕਰਤ ਯੁੱਧ ਛਤਰੀ ਸਭ ਹਾਰੇ। ਇਹਦੇ ਨਾਲ ਯੁੱਧ ਕਰ ਕਰਕੇ ਸਾਰੇ ਛਤਰੀ ਹਾਰ ਗਏ ਸੀਗੇ। ਤਿੰਨ ਸਿਰ ਪਰ ਤੇ ਕੇਸ਼ ਉਤਾਰੇ। ਉਹਨਾਂ ਦੇ ਸਿਰ ਤੋਂ ਉਹਨਾਂ ਨੇ ਕੇਸ ਲਾਤੇ ਸੀ ਸਾਰਿਆਂ ਦੇ, ਜਿਹੜੇ ਛਤਰੀ ਸੀ ਨਾ ਹਾਰ ਗਏ ਜਦੋਂ, ਤੇ ਇਹਨ ਕੀ ਕੀਤਾ, ਸਭ ਦੇ ਸਿਰ ਮੰਡਵਾਉਣਾ ਕੀਤੇ। ਮੁਨ ਨੰਦਨ ਜਬ ਮੁੰਡਨ ਕਰੇ। ਫਿਰ ਮਹਾਰਾਜ ਕਹਿੰਦੇ ਰਿਖੀਆਂ ਮੁਨੀਆਂ ਦੇ ਜਿਹੜੇ ਨੰਦਨ ਪੁੱਤਰ ਸੀ, ਉਹ ਵੀ ਇਹਨੇ ਫੜ ਫੜ ਕੇ ਕੇਸ ਮੁੰਨ ਛੱਡੇ ਨੇ ਪਰਸ਼ੁਰਾਮ ਨੇ। ਐਸੀ ਹਾਲਤ ਕੀਤੀ ਇਹਨੇ, ਸਭ ਛਤਰੀਆਂ ਦੇ ਕੇਸ ਕੱਟੇ ਦੇ। ਕੇਸ ਕੱਟੇ ਕਾਹਦੀ ਨਿਸ਼ਾਨੀ? ਹਾਰੇ ਦੀ ਨਿਸ਼ਾਨੀ ਹੋਈ ਨਾ। ਫਿਰ ਪਰਸ਼ੁਰਾਮ ਨੇ ਇੱਕ ਤਾਂ ਕੁੱਟਿਆ ਬਹੁਤ ਜ਼ਿਆਦਾ, ਬੜਾ ਯੁੱਧ ਕਰਕੇ ਕਰਾਰੀ ਹਾਰ ਦਿੱਤੀ ਤੇ ਹਰਾ ਕੇ ਇਹਨਾਂ ਦੇ ਕੇਸ ਕਟਾ ਦਿੱਤੇ। ਰਹੇ ਮੁੰਡਾਵਤ ਰੀਤੀ ਭਰੇ। ਮਹਾਰਾਜ ਕਹਿੰਦੇ ਫਿਰ ਰੀਤੀ ਪਾ ਲਈ ਇਹਨਾਂ ਨੇ ਵੀ ਠੀਕ ਹੈ, ਇਸੇ ਤਰ੍ਹਾਂ ਹੀ ਠੀਕ ਹੈ, ਤੇ ਕਟਾਉਣ ਹੀ ਲੱਗ ਗਏ। ਫਿਰ ਸਾਰੇ ਵੇਖਾ ਵੇਖੀ ਇਹਨਾਂ ਕੇਸ ਕਟਾਉਣੇ ਸ਼ੁਰੂ ਕਰ ਦਿੱਤੇ। ਪੁਨ ਕਲਯੁਗ ਮਹਿ ਰਾਜੇ ਭਏ। ਫਿਰ ਕਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜਦੋਂ ਇਹ ਰਾਜੇ ਹੋ ਗਏ, ਸੰਗਿਆ ਜਿਨਹੁ ਨੰਦ ਕੀ ਲਏ। ਇਹਨਾਂ ਦੇ ਨਾ ਸੰਗਿਆ ਨੰਦ ਕੇ ਰਾਜੇ ਹੋਏ ਐ। ਸ੍ਰੀ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਇਹ ਪੂਰਾ ਪ੍ਰਸੰਗ ਲਿਖਿਆ ਅਰਹੰਤ ਅਵਤਾਰ ਦੀ ਕਥਾ ਵਿੱਚ। ਦੂਰ ਕੈ ਬਿਪਰ ਨਾ ਵਰਨੀ ਕਰੈ। ਤੇ ਇਹਨਾਂ ਨੇ ਸੋਚਿਆ ਵੀ ਦੂਰ ਕੇ ਨਹੀਂ ਦੁਰ ਕੇ ਭਾਵ ਲੁਕ ਕੇ। ਇਹ ਜਿਹੜੇ ਬ੍ਰਾਹਮਣ ਹੈ ਨਾ, ਪਰਸ਼ੁਰਾਮ ਬ੍ਰਾਹਮਣ ਸੀ ਨਾ, ਤੇ ਉਹਨਾਂ ਸੋਚਿਆ ਵੀ ਇਹ ਜਿਹੜੇ ਬ੍ਰਾਹਮਣ ਵਾ ਮੰਤਰ ਜੰਤਰ ਬੜੇ ਪੜ੍ਹ ਲੈਂਦੇ ਆ, ਤੇ ਇਹ ਕਿਤੇ ਲੁਕ ਕੇ ਸਾਡੇ ਰਾਜ ਨੂੰ ਜਿਹੜਾ ਹੈ ਮੰਤਰ ਜੰਤਰ ਪੜ੍ਹ ਕੇ ਤੇ ਨਾਸ਼ ਹੀ ਨਾ ਕਰ ਦੇਣ। ਇਹ ਬੜੇ ਮੰਤਰ ਜੰਤਰ ਜਾਣਦੇ ਆ। ਜਿਹੜੀ ਵੇਦੀ ਦੇ ਉੱਤੇ ਵੀ ਜਦੋਂ ਆਹੂਤੀਆਂ ਦਿੰਦੇ ਤੇ ਮੰਤਰ ਹੀ ਪੜ੍ਹਦੇ ਆ ਨਾ। ਤੇ ਮਹਾਰਾਜ ਜੀ ਨੇ ਇਹ ਸਾਰੀ ਕਥਾ ਲਿਖੀ ਹੈ ਸੱਚੇ ਪਾਤਸ਼ਾਹ ਨੇ। ਇਹਨਾਂ ਸੋਚਿਆ ਵੀ ਇਹ ਜਿਹੜੇ ਛਤਰੀ ਹੋਏ ਨਾ, ਜਿਹੜੇ ਆਪ ਤਾਂ ਉਹਨਾਂ ਦੇ ਕੇਸ ਕੱਟੇ ਹੋਏ ਸੀ, ਉਹਨਾਂ ਵਿੱਚ ਹੀ ਅਰਹੰਤ ਅਵਤਾਰ ਹੋਇਆ ਜਿਹਨੇ ਮਰਿਆਦਾ ਸਾਰੀ ਤੋਂ ਵਿਗਾੜੇ। ਫਿਰ ਤੇ ਤਿਸ ਸਮੇਂ ਇਹਨਾਂ ਸੋਚਿਆ ਵੀ ਬਰਨੀ ਕਰਨੀ ਭਾਵ ਜਾਦੂ ਕਰਨਾ, ਟੂਣਾ ਕਰਨਾ,
ਮੰਤਰ ਕਰਕੇ ਕਿਸੇ ਤਰ੍ਹਾਂ ਕੋਈ ਸਾਡਾ ਨੁਕਸਾਨ ਨਾ ਕਰਨ ਹਮਰੋ ਰਾਜ ਨਾਸ਼ ਹੋਏ ਡਰੈ। ਤੇ ਸਾਡਾ ਰਾਜ ਕਿਤੇ ਨਾਸ਼ ਹੀ ਨਾ ਹੋ ਜੇ, ਇਸ ਗੱਲ ਤੋਂ ਇਹ ਡਰਨ ਲੱਗ ਪਏ। ਤਿਨਹੋ ਵਿਚਾਰਿਓ ਇਹੀ ਉਪਾਏ। ਉਹਨਾਂ ਫਿਰ ਵਿਚਾਰਿਆ ਇਹ ਉਪਾਅ ਯਤਨ। ਸਭ ਵਿਪਰਨ ਕੇ ਸਿਰ ਮੁੰਡਵਾਏ। ਉਹਨਾਂ ਨੂੰ ਫਿਰ ਦੱਸਿਆ ਵੀ ਜਿਹੜਾ ਇਹਨਾਂ ਦੇ ਮੰਤਰ ਫੁਰਦੇ ਆ ਨਾ ਬ੍ਰਾਹਮਣਾਂ ਦੇ, ਇਹ ਬ੍ਰਾਹਮਣਾਂ ਦੇ ਵੀ ਸੁਣਨ ਵਾਲਾ ਉਪਦੇਸ਼ ਹੈ। ਮਹਾਰਾਜ ਜੀ ਕੇ ਨੇ ਦੱਸਿਆ ਵੀ ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨਾਂ ਪੁੱਛਿਆ ਕਿਸੇ ਸਿਆਣੇ ਤੋਂ ਵੀ ਕੀ ਕਰੀਏ ਵੀ ਇਹਨਾਂ ਦੇ ਮੰਤਰਾਂ ਦੀ ਸ਼ਕਤੀ ਨਾ ਚੱਲੇ। ਕਹਿਣ ਲੱਗੇ ਵੀ ਇਹਨਾਂ ਦੇ ਨਾ ਕੇਸ ਕਟਾਓ, ਕੇਸਾਂ ਕਰਕੇ ਇਹਨਾਂ ਦੇ ਮੰਤਰਾਂ ਦੀ ਸ਼ਕਤੀ ਸਿੱਧ ਹੁੰਦੀ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਸਿਖਾਹੀਨ ਮੰਤਰ ਨਾ ਫੁਰੈ। ਸਿਖਾ ਕਹਿੰਦੇ ਬੋਧੀ ਨੂੰ, ਜੂੜੇ ਨੂੰ। ਸਤਿਗੁਰੂ ਜੀ ਨੇ ਦਸਮ ਗ੍ਰੰਥ ਵਿੱਚ ਲਿਖਿਆ ਵੀ ਸਿਖਾਹੀਨ ਮੰਤਰ ਨਾ ਫੁਰੈ, ਜੇ ਕੋ ਕਰੈ ਉਲਟ ਤਹਿ ਪਰੈ। ਜੇ ਕੋਈ ਮੋਨਾ ਕੇਸ ਕੱਟੇ ਵਾਲਾ ਉਹ ਮੰਤਰ ਯਾਦ ਕਰਕੇ ਪਹਿਲਾਂ ਤਾਂ ਮੰਤਰ ਹੀ ਵਿਸਰ ਜਾਂਦਾ। ਜੇ ਬ੍ਰਾਹਮਣਾਂ ਦੇ ਕੇਸ ਕੱਟੇ ਨਾ ਜਦੋਂ ਨੰਦ ਕੇ ਰਾਜਿਆਂ ਨੇ, ਸਭ ਨੂੰ ਮੰਤਰ ਹੀ ਭੁੱਲ ਗਏ। ਤੇ ਜਦੋਂ ਮੰਤਰ ਪੜ੍ਹਦੇ ਵੀ ਨੇ, ਦਸਵੇਂ ਪਾਤਸ਼ਾਹ ਸ੍ਰੀ ਦਸਮ ਗ੍ਰੰਥ 'ਚ ਲਿਖਦੇ ਆ, ਮੰਤਰ ਉਲਟ ਕੇ ਉਹਦੇ ਤੇ ਪੈਂਦਾ, ਮੰਤਰ ਹੀ ਨਹੀਂ ਚੱਲਦਾ। ਹੁਣ ਕੇਸ ਕੱਟੇ ਹੋਣ ਤੇ ਕਹੇ ਕਿ ਜਪਜੀ ਸਾਹਿਬ ਦੀ ਪੂਰੀ ਸ਼ਕਤੀ ਮੈਨੂੰ ਪ੍ਰਾਪਤ ਹੋਵੇ, ਕਿਵੇਂ ਹੋਵੇ? ਕਿਉਂਕਿ ਮਹਾਰਾਜ ਮਰਜ਼ਾਦਾ ਹੀ ਬੰਨ੍ਹ ਦਿੱਤੀ ਹੈ। ਜਦੋਂ ਫਿਰ ਵੀ ਸਤਿਗੁਰੂ ਜੀ ਨੇ ਐਡਾ ਇਹਦੇ ਵਿੱਚ ਰਸ ਭਰਿਆ, ਸਕੂਨ ਉਹਨੂੰ ਵੀ ਮਿਲ ਜਾਂਦਾ ਹੈ। ਚਾਹੇ ਕੋਈ ਕੇਸਾਂ ਦੀ ਬੇਅਦਬੀ ਕਰਕੇ ਹੀ ਜਪਜੀ ਸਾਹਿਬ ਪੜ੍ਹਦਾ, ਸਾਧ ਸੰਗਤ ਜੀ ਸ਼ਾਂਤੀ ਜਪਜੀ ਸਾਹਿਬ ਉਹਨੂੰ ਵੀ ਦਿੰਦੀ ਹੈ, ਪਰ ਜਪਜੀ ਸਾਹਿਬ ਦੀ ਬਾਣੀ ਦਾ ਪੂਰਾ ਫਲ ਮਹਾਰਾਜ ਕਹਿੰਦੇ ਉਹਨੂੰ ਹੀ ਮਿਲਦਾ ਜਿਹੜਾ ਭਾਈ ਕੇਸਾ ਧਾਰੀ ਹੁੰਦਾ। ਇਹ ਕਥਾ ਸ਼ਨੀਵਾਰ ਸ਼ਾਮ ਨੂੰ ਹੋ ਰਹੀ ਸੀਗੀ ਤੇ ਅਤਰ ਸਿੰਘ ਭਜੰਗੀ ਉਹ ਪਾਠ ਕਰਾ ਰਿਹਾ ਸੀ ਤੇ ਰਸਤੇ ਵਿੱਚ ਜਦੋਂ ਅਸੀਂ ਜਾ ਰਹੇ ਸਾਂ, ਕਥਾ ਨਾਲ ਨਾਲ ਹੁਣ ਸੁਣਦੇ ਹੀ ਹੈ ਜੇ ਪਾਠ ਕਰੀਏ ਤੇ ਉਹਨੂੰ ਦੱਸਿਆ ਕਹਿੰਦੇ ਵੀ ਈਸਾਈਆਂ ਵਿੱਚ ਵੀ ਇਸ ਤਰ੍ਹਾਂ ਦੀ ਇਹਦੇ ਉੱਤੇ ਕਹਿੰਦੇ ਇੱਕ ਫਿਲਮ ਵੀ ਬਣੀ ਹੋਈ ਹੈ ਕਿ ਇੱਕ ਇਹਨਾਂ ਦੇ ਵਿੱਚ ਰਾਜਾ ਹੋਇਆ, ਉਹ ਬਹੁਤ ਜ਼ਿਆਦਾ ਸੂਰਬੀਰ ਸੀ ਤੇ ਉਹ ਕਿਸੇ ਵੀ ਤਰ੍ਹਾਂ ਹਾਰਦਾ ਨਹੀਂ ਸੀ। ਯੁੱਧ ਵਿੱਚ ਜਦੋਂ ਉਤਰਦਾ ਸੀ ਨਾ ਤੇ ਮੈਦਾਨੇ ਜੰਗ ਦੇ ਅੰਦਰ ਉਹਦੇ ਨਾਲ ਸਾਹਮਣੇ ਲੜਨ ਵਾਲਾ ਕੋਈ ਸੂਰਮਾ ਹੀ ਨਹੀਂ ਸੀਗਾ, ਐਡੀ ਬਹਾਦਰੀ ਨਾਲ ਲੜਦਾ ਸੀ। ਫਿਰ ਜਿਹੜੇ ਦੁਸ਼ਮਣ ਸਨ ਨਾ ਯਹੂਦੀ, ਉਹਨਾਂ ਪੁੱਛਿਆ ਵੀ ਗੱਲ ਕੀ ਹੈ? ਸਿਆਣਿਆਂ ਨੂੰ ਪੁੱਛਿਆ ਵੀ ਕਾਰਨ ਕੀ ਹੈ ਇਹਦੀ ਐਡੀ ਵੀਰਤਾ ਦਾ? ਦੱਸਿਆ ਫਿਰ ਸਿਆਣਿਆਂ ਨੇ ਵੀ ਕੇਸਾਂ ਦੀ ਸ਼ਕਤੀ ਹੈ, ਇਹ ਕੇਸਾ ਧਾਰੀ ਇਸ ਕਰਕੇ ਨਹੀਂ ਤੁਹਾਡੇ ਕੋਲੋਂ ਪਛਾੜਿਆ ਜਾਂਦਾ। ਫਿਰ ਉਹਨਾਂ ਨੇ ਕੀ ਕੀਤਾ, ਇਹਦੇ ਤੇ ਇੱਕ ਮੂਵੀ ਵੀ ਬਣੀ ਹੋਈ ਹੈ, ਮੈਂ ਨਹੀਂ ਵੇਖੀ ਪਰ ਮੈਨੂੰ ਅਤਰ ਸਿੰਘ ਨੇ ਦੱਸਿਆ ਵੀ ਬਣੀ ਹੋਈ ਹੈ ਤੇ ਇਹਨਾਂ ਸਕੂਲਾਂ ਵਿੱਚ ਇਹ ਸਟੋਰੀਆਂ ਵਿੱਚ ਉਹਨਾਂ ਨੂੰ ਕਿਤਾਬਾਂ ਵਿੱਚ ਪੜ੍ਹਾਇਆ ਵੀ ਜਾਂਦਾ ਬੱਚਿਆਂ ਨੂੰ। ਫਿਰ ਬਹੁਤ ਸੋਹਣੀ ਇੱਕ ਔਰਤ ਜਿਹੜੀ ਸੀ ਉਹਨਾਂ ਨੇ ਭੇਜੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਵੇਖ ਲਓ ਸਾਨੂੰ ਕੀ ਕੁਝ ਬਖਸ਼ਿਆ ਹੋਇਆ। ਸਰਦਾਰ ਹਰੀ ਸਿੰਘ ਨਲੂਏ ਨੂੰ ਵੀ ਉਹ ਔਰਤ ਹੀ ਗਈ ਸੀ ਨਾ ਸੁੰਦਰ, ਤੇ ਸਰਦਾਰ ਨੂੰ ਮੋਹਿਤ ਕਰਨ ਲਈ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ। ਸਰਦਾਰ ਐਡਾ ਜਤੀ ਸੀ, ਕਹਿਣ ਲੱਗਾ ਕਿ ਮੇਰੇ ਵਰਗਾ ਤੇ ਫਿਰ ਮੈਂ ਹੀ ਆ, ਮੈਨੂੰ ਹੀ ਆਪਣਾ ਪੁੱਤਰ ਬਣਾ ਲੈ। ਉਹਨੇ ਵੇਖਿਆ ਕਿ ਐਡਾ ਜਤੀ ਹੈ, ਇਹਦਾ ਮੇਰਾ ਰੂਪ ਵੇਖ ਕੇ ਡੋਲਿਆ ਨਹੀਂ ਹੈ। ਜਦੋਂ ਸੁੰਦਰ ਔਰਤ ਗਈ ਨਾ, ਉਹਦੇ ਸੁਆਪਣ ਨੂੰ ਵੇਖ ਕੇ, ਜਦੋਂ ਵੇਖ ਲਓ ਐਡਾ ਸੂਰਬੀਰ ਸੀ, ਤਲਵਾਰਾਂ ਨਾਲ ਨਹੀਂ ਸੀ ਉਹਨੂੰ ਜਿੱਤਿਆ ਜਾਂਦਾ ਤੇ ਪਰ ਔਰਤ ਦੇ ਸੁਹੱਪਣ ਦੇ ਨਾਲ ਡੋਲ ਗਿਆ। ਜੱਤ ਤੋਂ ਡੋਲਿਆ, ਉਹਨੇ ਸੁੱਤੇ ਪਏ ਦੇ ਕੇਸ ਕੱਟ ਦਿੱਤੇ। ਜਦੋਂ ਫਿਰ ਅਗਲੇ ਦਿਨ ਨੂੰ ਯੁੱਧ ਵਿੱਚ ਉਤਰਿਆ, ਯੁੱਧ ਕਿੱਥੋਂ ਲੜਿਆ ਜਾਵੇ, ਝੱਟ ਹੀ ਮਾਰਿਆ ਗਿਆ, ਖਤਮ ਹੋ ਗਿਆ। ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ। ਇਹ ਤਰੀਕੇ ਹੈ। ਸਤਿਗੁਰਾਂ ਜੀ ਨੇ ਹੋਰਨਾਂ ਥਾਵਾਂ ਤੇ ਵੀ ਇਸ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਬ੍ਰਾਹਮਣ ਦਾ ਸੱਤ ਤੋੜਨ ਲਈ ਇੱਕ ਔਰਤ ਨੇ ਪੁੱਛਿਆ ਸਿਆਣੇ ਕਿਸੇ ਨੂੰ, ਕਹਿੰਦੇ ਵੀ ਇਹਦਾ ਸੱਤ ਤੋੜਨਾ ਜਾਂ ਤਾਂ ਇਹਨੂੰ ਤਮਾਕੂ ਪਿਆ ਦੇ ਤੇ ਜਾਂ ਇਹਦੇ ਕੇਸ ਕੱਟ ਦੇ। ਤਮਾਕੂ ਪੀਆਂ ਵੀ ਸ਼ਕਤੀ ਜਿਹੜੀ ਹੈ ਨਾ ਸਾਡੀ ਭੰਗ ਹੋ ਜਾਂਦੀ ਹੈ ਤੇ ਕੇਸ ਕੱਟਿਆਂ ਵੀ ਸ਼ਕਤੀ ਭੰਗ ਹੋ ਜਾਂਦੀ ਹੈ। ਤੇ ਇਹ ਦੋਵੇਂ ਚੀਜ਼ਾਂ ਮਹਾਰਾਜ ਨੇ ਕੀ ਕਿਹਾ, ਬੱਜਰ ਕ੍ਰੈਤ ਕਿਹਾ। ਤਮਾਕੂ ਦੀ ਵਰਤੋਂ, ਕੇਸਾਂ ਦੀ ਬੇਅਦਬੀ, ਮਹਾਰਾਜ ਕਹਿੰਦੇ ਬੱਜਰ ਕ੍ਰੈਤ ਹੈ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਉਹ ਮੇਰਾ ਖਾਲਸਾ ਨਹੀਂ ਹੈ, ਮੇਰਾ ਉਹ ਪੁੱਤਰ ਨਹੀਂ, ਮੇਰੇ ਨਾਲ ਉਹਦਾ ਕੋਈ ਸੰਬੰਧ ਨਹੀਂ। ਇਹ ਮਹਾਰਾਜ ਸਾਹਿਬ ਜੀ ਨੇ ਰਹਿਤ ਵਿੱਚ ਬਚਨ ਕਹੇ ਹੈ। ਪਰ ਇਸਤਰੀ ਨੂੰ ਭੋਗ ਲਵੇ, ਇਹ ਵੀ ਬੱਜਰ ਕ੍ਰੈਤ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੱਜਰ ਕ੍ਰੈਤਾਂ ਦਾ ਜ਼ਿਕਰ ਕੀਤਾ ਹੈ। ਤੇ ਸਾਧ ਸੰਗਤ ਜੀ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੱਸਦੇ ਆ। ਹੁਣ ਇਹਨੂੰ ਨੌਨਿਧ ਖੱਤਰੀ ਨੂੰ ਆਗਰੇ ਵਿੱਚ ਮਹਾਰਾਜ ਸਾਹਿਬ ਜੀ ਬਿਰਾਜ ਰਹੇ ਹੈ
ਤੇ ਪੁੱਛ ਰਿਹਾ ਨੌਨਿਤ ਖੱਤਰੀ। ਸਤਿਗੁਰੂ ਕਹਿੰਦੇ ਵੀ ਇਹ ਨੰਦ ਕੇ ਰਾਜਿਆਂ ਨੇ ਨਾ ਫੜ ਕੇ ਬ੍ਰਾਹਮਣਾਂ ਦੇ ਸਿਰ ਹੀ ਮੁੰਨ ਕੱਢੇ ਸਾਰਿਆਂ ਦੇ, ਵੀ ਇਹਨਾਂ ਦੇ ਮੰਤਰਾਂ ਦੀ ਸ਼ਕਤੀ ਨਾ ਚੱਲ ਸਕੇ। ਮੰਤਰਾਂ ਦੀ ਸ਼ਕਤੀ ਨੂੰ ਨਾਸ਼ ਕਰਨ ਵਾਸਤੇ ਉਹਨਾਂ ਦੇ ਸਿਰ ਮੁੰਨ ਦਿੱਤੇ ਤੇ ਬ੍ਰਾਹਮਣਾਂ ਨੇ ਰਵਾਇਤ ਹੀ ਪਾ ਲਈ, ਆਲੇ ਦੁਆਲਿਓਂ ਕੱਟ ਕੇ ਥੋੜੀ ਜਿਹੀ ਬੋਦੀ ਸਿਰ ਤੇ ਰੱਖ ਲੈਂਦੇ ਆ। ਉਦਣ ਵੀ ਮੈਂ ਦੱਸਿਆ ਸੀਗਾ ਕਿ ਬ੍ਰਾਹਮਣਾਂ ਦੀ ਇੱਕ ਸੰਗਿਆ ਹਰਿਦੁਆਰ ਵਿੱਚ ਅਸੀਂ ਵੇਖੇ ਆ, ਉਹ ਬ੍ਰਾਹਮਣ ਉਹ ਕੋਈ ਸਰੀਰ ਤੋਂ ਰੋਮ ਨਹੀਂ ਹਿਲਾਉਂਦੇ, ਕੇਸਾ ਧਾਰੀ ਹੁੰਦੇ ਆ, ਜੂੜਾ ਕਰਦੇ ਪੂਰਾ ਸਿਰ ਦੇ ਉੱਤੇ, ਉਹ ਢੱਕਦੇ ਨਹੀਂ ਕੇਸਾਂ ਨੂੰ, ਕੱਪੜਾ ਕਈ ਵਾਰੀ ਦੇ ਲੈਂਦੇ ਥੋੜਾ। ਤਾਂ ਮਹਾਰਾਜ ਸਾਨੂੰ ਤਾਂ ਦਸਤਾਰ ਸਤਿਗੁਰਾਂ ਬਖਸ਼ੀ ਹੈ। ਤੇ ਸਾਧ ਸੰਗਤ ਜੀ, ਇਹ ਦਸਤਾਰ ਦੇ ਵੀ ਬੜੇ ਸਤਿਗੁਰਾਂ ਨੇ ਕੇਸਾਂ ਨੂੰ ਢੱਕਣ ਦੇ ਅਰਥ ਦੱਸੇ ਹੈ। ਤੁਸੀਂ ਪਹਿਲਾਂ ਸੁਣਿਆ ਹੀ ਹੋਊਗਾ ਇਹ ਗੱਲਾਂ ਜਿਹੜੀਆਂ ਨਾ, ਹੁਣ ਇਹਨਾਂ ਦੀਆਂ ਰਵਾਇਤਾਂ ਹਟਦੀਆਂ ਜਾਂਦੀਆਂ, ਕਈਆਂ ਨੂੰ ਸੁਣ ਕਰਕੇ ਵੀ ਵਿਸ਼ਵਾਸ ਨਹੀਂ ਹੁੰਦਾ, ਪਰ ਇਹ ਸ਼ਕਤੀਆਂ ਹੁੰਦੀਆਂ ਮੰਤਰ ਜੰਤਰ ਤੇ ਤੰਤਰ। ਤੇ ਜਿਹੜੀ ਇਹ ਸਾਧ ਸੰਗਤ ਜੀ ਜੰਤਰ ਦੀ ਸ਼ਕਤੀ ਹੈ ਨਾ, ਜੇ ਦੂਰੋਂ ਕੋਈ ਨੰਗੇ ਕੇਸ ਹੋਣ ਨਾ ਸਿਰ ਦੇ, ਤੇ ਉਸ ਸ਼ਕਤੀ ਨਾਲ ਰੁਪਈਏ ਜਿੰਨੀ ਖੁੱਲੀ ਪਾ ਕੇ ਕੇਸ ਖਿੱਚ ਲੈਂਦੇ ਆ, ਤੇ ਫਿਰ ਉਹਨਾਂ ਕੇਸਾਂ ਦੇ ਉੱਤੇ ਮੰਤਰ ਪੜ੍ਹ ਕੇ ਤੇ ਬੰਨ੍ਹ ਲੈਂਦੇ ਉਹ। ਕਈ ਵਾਰੀ ਮਾਈਆਂ ਬੀਬੀਆਂ ਨਾ ਕੇਸਾਂ ਨੂੰ ਬੱਚਿਆਂ ਦੇ ਇਸ਼ਨਾਨ ਕਰਾ ਕੇ ਤੇ ਉਹਨਾਂ ਗਲੀਆਂ ਬਾਜ਼ਾਰਾਂ 'ਚ ਭੱਜੇ ਫਿਰਦੇ ਆ, ਸ਼ਾਮ ਨੂੰ ਕੇਸੀ ਕੰਘਾ ਕਰਨ ਲੱਗਦੀਆਂ, ਮਾਈਆਂ ਵਹਿੰਦੀਆਂ ਰੁਪਈਏ ਦੀ ਖੁੱਲੀ ਜਿਹਨੇ ਕੇਸ ਹੀ ਕੱਢੇ ਵੀ ਕਿੱਥੋਂ ਕਟਾ ਕੇ ਆਏ। ਜਿਹੜਾ ਫਿਰ ਈਰਖਾ ਕਰਦਾ ਹੁੰਦਾ, ਜਿਹੜੀਆਂ ਕੋ ਮਾਈ ਬੀਬੀ ਦਾ ਸੁਭਾਅ ਹੁੰਦਾ ਜਾਦੂ ਟੂਣੇ ਵਾਲਾ, ਵੀ ਇਹਦੇ ਹੀਰੇ ਵਰਗਾ ਬੱਚਾ ਤੇ ਮੈਨੂੰ ਕਿਉਂ ਨਹੀਂ ਮਿਲਦਾ, ਇਹਦਾ ਵੀ ਮਰੇ। ਇਸ ਤਰ੍ਹਾਂ ਦੀਆਂ ਈਰਖਾ ਕਰ ਕਰਕੇ ਕਈ ਬੜੇ ਪੁੱਠੇ ਕੰਮ ਕਰਦੇ ਆ। ਤੇ ਮਹਾਰਾਜ ਜੀ ਨੇ ਕਿਹਾ ਵੀ ਦਸਤਾਰ ਸੀਸ ਤੇ ਸਜਾਓ, ਕੇਸ ਢੱਕ ਕੇ ਰੱਖੋ, 5 ਬਾਣੀਆਂ ਦਾ ਨਿਤਨੇਮ ਜਿਹੜਾ ਕਰਦਾ ਨਾ, ਉਹਦੇ ਤੇ ਤਰਾਟਕ ਸ਼ਕਤੀ ਨਹੀਂ ਚੱਲਦੀ, ਤੇ ਜੰਤਰ ਕੀ ਚੱਲਣਾ ਕਿਸੇ ਦਾ। ਕਿਸੇ ਦੀ ਇਹ ਤਿੰਨੇ ਹੀ ਸ਼ਕਤੀਆਂ ਉਹਦੇ ਤੇ ਨਹੀਂ ਚੱਲਦੀਆਂ। ਜਿਹੜਾ 5 ਬਾਣੀਆਂ ਰਹਿਰਾਸ ਸਾਹਿਬ ਤੇ ਕੀਰਤਨ ਸੋਹਲੇ ਦਾ ਪਾਠ ਰੋਜ਼ ਆਪਣੀ ਜ਼ਿੰਦਗੀ ਵਿੱਚ ਕਰਦਾ, 5 ਕਕਾਰਾਂ ਦਾ ਧਾਰਨੀ ਰਹਿੰਦਾ, ਇਹ ਤਿੰਨੇ ਹੀ ਸ਼ਕਤੀਆਂ ਉਹਦੇ ਤੇ ਵਾਰ ਨਹੀਂ ਕਰਦੀਆਂ ਹਨ। ਤੇ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਾਧ ਸੰਗਤ ਜੀ ਜਿਵੇਂ ਢਾਲ ਨਹੀਂ ਹੁੰਦੀ, ਇਵੇਂ ਢਾਲ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ। ਤਾਂ ਮਹਾਰਾਜ ਜੀ ਕਹਿੰਦੇ ਹੁਣ ਦੱਸਦੇ ਹਨ, ਸੁਰ ਪ੍ਰਸੰਨ ਬਿਨ ਕੇਸ ਨਾ ਹੋਏ। ਹਜੂਰ ਕਹਿੰਦੇ ਦੇਵਤੇ ਬਿਨਾਂ ਕੇਸਾਂ ਤੋਂ ਪ੍ਰਸੰਨ ਨਹੀਂ ਹੁੰਦੇ। ਤੇ ਦੇਵਤਿਆਂ ਨੂੰ ਕਿੱਥੋਂ ਯੱਗ ਕਰ ਕਰਕੇ ਪ੍ਰਸੰਨ ਕਰ ਲਓਗੇ? ਤੁਸੀਂ ਤਾਂ ਘਰਾਂ 'ਚ ਸੱਦ ਕੇ ਤੇ ਬ੍ਰਾਹਮਣਾਂ ਕੋਲ ਹੁਣ ਮੁੰਡਨ ਕਰਾਉਂਦੇ ਆ, ਦੇਵਤਿਆਂ ਨੂੰ ਕਿੱਥੋਂ ਪ੍ਰਸੰਨ ਕਰ ਲਓਗੇ? ਮਹਾਰਾਜ ਕਹਿੰਦੇ ਭਾਈ ਕੇਸਾਂ ਤੋਂ ਬਿਨਾਂ ਤਾਂ ਦੇਵਤੇ ਵੀ ਪ੍ਰਸੰਨ ਨਹੀਂ ਹੁੰਦੇ ਹਨ। ਜਾਂ ਤੇ ਮੂੰਡ ਦੋਏ ਸਭ ਕੋਏ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਮੂੰਹ ਸਿਰ ਇਹਨਾਂ ਨੇ ਮੁੰਨ ਦਿੱਤਾ, ਸਾਰਿਆਂ ਨੇ ਰਵਾਇਤ ਹੀ ਬਣਾ ਲਈ। ਬ੍ਰਾਹਮਣਾਂ ਨੇ ਕਿਹਾ ਵੀ ਮਰਜ਼ਾਦਾ ਹੀ ਤੋੜ ਦੋ, ਫਿਰ ਮਰਜ਼ਾਦਾ ਹੀ ਤੋੜ ਛੱਡੀ ਇਹਨਾਂ ਸਾਰਿਆਂ ਨੇ। ਹਿੰਦੂ ਤੁਰਕ ਇਸੀ ਵਿਦ ਸਾਰੇ। ਹਿੰਦੂ ਤੇ ਤੁਰਕ ਇਸੇ ਤਰੀਕੇ ਨਾਲ ਹੀ ਮਹਾਰਾਜ ਕਹਿੰਦੇ ਭਾਈ ਸਾਰੇ ਹੋ ਗਏ ਆ। ਸਿਰ ਮੁੰਡਵਾਏ ਧਰਮ ਕੋ ਹਾਰੇ। ਸਿਰ ਮੂੰਹ ਮਨਵਾ ਦਿੱਤਾ ਤੇ ਆਪਣੇ ਧਰਮ ਨੂੰ ਹਾਰ ਗਏ ਆ। ਨੌਨਦ ਸੁਣਿਆ ਹੈ ਹੇਤ ਮੁੰਡਨ ਕੋ। ਮਹਾਰਾਜ ਕਹਿੰਦੇ ਨੌਨਿਦ ਖੱਤਰੀ, ਜਿਹੜਾ ਕਾਰਨ ਹੈ ਨਾ ਇਹ ਤੂੰ ਸੁਣਿਆ ਹੈ ਮੁੰਡਨ ਦਾ, ਵੀ ਕਿਉਂ ਮੁੰਡੇ ਕੇ, ਇਹ ਰੱਖਦਾ ਨਹੀਂ ਸੀ ਨਾ ਆਪ। ਕਹਿੰਦਾ ਮਹਾਰਾਜ ਜ਼ਰੂਰੀ ਹੈ ਕੇਸ ਰੱਖਣੇ ਕੋਈ, ਕਿ ਤੁਸੀਂ ਇਹ ਨਵੀਂ ਰਵਾਇਤ ਹੀ ਤੋੜ ਦਿੱਤੀ ਹੈ? ਮਹਾਰਾਜ ਕਹਿੰਦੇ ਨਵੀਂ ਨਹੀਂ ਤੋਰੀ, ਇਹ ਤਾਂ ਪਹਿਲਾਂ ਦੀ ਤੁਰੀ ਹੈ ਪਰਮੇਸ਼ਰ ਵੱਲੋਂ। ਅਸੀਂ ਨਵੀਂ ਕੀ ਤੋਰੀ ਹੈ? ਨਵੀਂ ਤਾਂ ਸਗੋਂ ਉਹਨਾਂ ਨੇ ਤੋਰੀ ਹੈ ਜਿਨ੍ਹਾਂ ਕੋਲ ਗਲਤੀਆਂ ਹੋਈਆਂ ਤੇ ਕਿਹਾ ਕਿ ਇਹੀ ਠੀਕ ਹੈ, ਇਹੀ ਮਰਿਆਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਤਾਂ ਪਰਮੇਸ਼ਰ ਦੇ ਭਾਣਾ ਮੰਨਣ ਦੇ ਪ੍ਰਤੀਕ ਹੈ। ਸਤਿਗੁਰਾਂ ਜੀ ਦੇ ਕੋਲੋਂ ਕੇਸਾਂ ਦੀ ਮਹਿਮਾ ਨੌਨਿਦ ਖੱਤਰੀ ਜਦੋਂ ਸੁਣ ਕਰਕੇ ਕੇਸ ਰਾਖਨੇ ਰਵਾ ਸਭਨ ਕੋ। ਮਹਾਰਾਜ ਜੀ ਕਹਿੰਦੇ ਵੀ ਕੇਸ ਰੱਖਣੇ ਤਾਂ ਸਾਰਿਆਂ ਨੂੰ ਹੁਕਮ ਹੀ ਆ ਪਰਮੇਸ਼ਰ ਦਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਤਾਂ ਪਰਮੇਸ਼ਰ ਦੀ ਦਾਤ ਹੈ। ਜੇ ਪਰਮੇਸ਼ਰ ਚਾਹੁੰਦਾ ਨਾ ਵੀ ਮੈਂ ਮੁਸਲਮਾਨ ਵੱਖਰੇ ਬਣਾਉਣੇ ਆ ਤੇ ਜ਼ਰੂਰ ਪਹਿਲਾਂ ਹੀ ਮੁੱਛਾਂ ਉਹਨਾਂ ਦੀਆਂ ਆਉਂਦੀਆਂ ਹੀ ਨਾ। ਜੇ ਪਰਮੇਸ਼ਰ ਚਾਹੁੰਦਾ ਨਾ ਵੀ ਹਿੰਦੂ ਬਣਾਉਣੇ ਆ ਤੇ ਉਹਨਾਂ ਦੇ ਕੇਸ ਆਉਂਦੇ ਹੀ ਨਾ ਸਿਰ ਤੇ, ਵੱਖਰਾ ਫਿਰਕਾ ਹੋ ਜਾਂਦਾ। ਦੇਖੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਨਰੰਗੇ ਨੇ ਕਿਹਾ ਸੀ ਕਿ ਮਹਾਰਾਜ ਤੁਸੀਂ ਇਸ ਧਰਮ ਨੂੰ ਚੰਗੀ ਤਾਂ ਤਸਲੀਮ ਨਹੀਂ ਕਰਦੇ, ਮੈਨੂੰ ਪਤਾ ਹੈ ਤੁਸੀਂ ਬੁੱਤ ਪ੍ਰਸਤ ਨਹੀਂ ਹੋ ਤੇ ਸਿੱਖ ਬੁੱਤ ਪ੍ਰਸਤ ਨਹੀਂ ਹਨ। ਨਰੰਗੇ ਨੇ ਕਿਹਾ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ, ਮਹਾਰਾਜ ਤੁਸੀਂ ਇਹਨਾਂ ਬੁੱਤ ਪ੍ਰਸਤਾਂ ਵਾਸਤੇ ਕਿਉਂ ਆਪਣੇ ਸ਼ੀਸ਼ ਦਾ ਬਲੀਦਾਨ ਦੇਣਾ ਚਾਹੁੰਦੇ ਹੋ? ਤਾਂ ਸਤਿਗੁਰੂ ਜੀ ਨੇ ਤੇ ਸਮੇਂ ਕਿਹਾ ਸੀ, ਔਰੰਗਜ਼ੇਬ ਤੂੰ ਜ਼ੁਲਮ ਦੇ ਨਾਲ ਜ਼ਬਰਦਸਤੀ ਇਹਨਾਂ ਦਾ ਧਰਮ ਤਬਦੀਲ ਕਰਨਾ ਚਾਹੁੰਦਾ। ਗੱਲ ਇਹ ਹੈ ਨਰੰਗਾ ਆਪਣੇ ਤਰੀਕੇ ਨਾਲ ਮੌਲਵੀਆਂ ਦੇ ਆਖੇ ਲੱਗ ਗਿਆ, ਉਹ ਵੀ ਧਰਮ ਹੀ ਭੁੱਲਿਆ ਹੋਇਆ ਸੋਚ ਰਿਹਾ ਸੀ ਮੈਂ ਧਰਮ ਕਰ ਰਿਹਾ। ਤਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ ਧਰਮ ਨਹੀਂ ਕਰ ਰਿਹਾ, ਜ਼ੁਲਮ ਕਰ ਰਿਹਾ। ਮੌਲਵੀ ਕਹਿੰਦੇ ਸੀ ਵੀ ਤੂੰ
ਜੇ ਇਸਲਾਮ ਨੂੰ ਵਧਾਵੇਂ ਤੇ ਤੇਰੇ ਤੇ ਪੈਗੰਬਰ ਦੀ ਬੜੀ ਖੁਸ਼ੀ ਹੋਏਗੀ। ਮਹਾਰਾਜ ਨੂੰ ਇਹੀ ਕਹਿੰਦਾ ਸੀ ਕਿ ਮਹਾਰਾਜ ਮੈਂ ਝਗੜੇ ਮਿਟਾ ਦੇਣੇ ਸਾਰੇ, ਜਦੋਂ ਕੋਈ ਹੋਰ ਰਿਹਾ ਹੀ ਨਾ, ਸਾਰੇ ਮੁਸਲਮਾਨ ਹੀ ਹੋਣਗੇ, ਸਾਰੇ ਇੱਕ ਕਰ ਦਿਆਂਗਾ, ਝਗੜੇ ਮਿਟ ਜਾਣਗੇ। ਮਹਾਰਾਜ ਕਹਿੰਦੇ ਵੀ ਜ਼ਬਰਦਸਤੀ ਜੇ ਤੂੰ ਇੱਕ ਕਰਨ ਦੀ ਕੋਸ਼ਿਸ਼ ਕਰੇਗਾ, ਜ਼ਬਰਦਸਤ ਤੇਰੇ ਜ਼ਬਰ ਕਰਕੇ ਇੱਕ ਨਹੀਂ ਹੋਣਗੇ, ਸਗੋਂ ਤਿੰਨ ਹੋ ਜਾਣਗੇ ਦੋਹਾਂ ਤੋਂ। ਹੁਣ ਤਾਂ ਦੋ ਹੀ ਆ ਨਾ, ਤਿੰਨ ਹੋ ਜਾਣਗੇ। ਖਾਲਸੇ ਪੰਥ ਦੀ ਉਤਪਤੀ ਦਾ ਪਹਿਲਾ ਸੰਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ 'ਚ ਦਿੱਤਾ ਸੀ, ਸੱਚੇ ਪਾਤਸ਼ਾਹ ਨੇ। ਫਿਰ ਮਹਾਰਾਜ ਕਹਿੰਦੇ ਵੀ ਨਰੰਗਿਆ ਜੇ ਤੂੰ ਵੇਖ ਚਾਹੁੰਦਾ ਵੀ ਸਭ ਮੁਸਲਮਾਨ ਹੀ ਹੋ ਜਾਣ, ਤੇ ਫਿਰ ਅੱਲਾ ਨੂੰ ਤਾਂ ਮੰਨਦਾ ਨਾ ਜਿਹਦੇ ਹੁਕਮ 'ਚ ਸਾਰਾ ਕੁਝ ਵਰਤ ਰਿਹਾ। ਕਹਿੰਦਾ ਹਾਂ ਮਹਾਰਾਜ। ਸਤਿਗੁਰੂ ਜੀ ਕਹਿੰਦੇ ਫਿਰ ਜੇ ਅੱਲਾ ਨੂੰ ਨਹੀਂ ਪਾਉਂਦਾ ਤੇ ਹਿੰਦੂਆਂ ਦੇ ਘਰ ਬੱਚੇ ਜਨਮ ਹੀ ਨਹੀਂ ਨਾ ਲੈਣ। ਜੇ ਅੱਲਾ ਨੂੰ ਪਾਉਂਦਾ ਹੈ ਨਾ ਤੇ ਹਿੰਦੂਆਂ ਦੇ ਘਰ ਵੀ ਜਨਮ ਲੈ ਰਹੇ ਨੇ ਬੱਚੇ। ਇਸ ਕਰਕੇ ਤੇਰੇ ਜਿਸ ਨੂੰ ਤੁਸੀਂ ਅੱਲਾ ਕਹਿੰਦੇ ਹੋ ਨਾ, ਉਹਦੇ ਹੁਕਮ 'ਚ ਹੀ ਹਿੰਦੂ ਹਨ, ਉਹ ਵੀ ਹੁਕਮ 'ਚ ਹੀ ਜਨਮ ਲੈ ਰਹੇ ਆ। ਇਸ ਕਰਕੇ ਪਰਮੇਸ਼ਰ ਦਾ ਭਾਣਾ ਮੰਨਣਾ ਚਾਹੀਦਾ ਹੈ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਹੈ ਵਾਹਿਗੁਰੂ ਦਾ। ਤੇ ਜੇ ਹੁਣ ਕੇਸਾਂ ਦੀ ਕੋਈ ਬੇਅਦਬੀ ਕਰਦਾ ਹੈ ਤੇ ਫਿਰ ਉਹਨੂੰ ਕਹਿੰਦਾ ਕਿ ਧਰਮ ਹੈ। ਮਹਾਰਾਜ ਕਹਿੰਦੇ ਧਰਮ ਨਹੀਂ ਹੈ, ਸਰਵ ਧਰਮ ਤੋਂ ਡੋਲੇ ਹੋਏ ਹਨ। ਜਿਨ ਤੇ ਬਿਨਾ ਪ੍ਰਸੰਨ ਨਾ ਦੇਵ, ਜਿਨ੍ਹਾਂ ਕੇਸਾਂ ਤੋਂ ਬਿਨਾਂ ਤਾਂ ਦੇਵਤੇ ਵੀ ਪ੍ਰਸੰਨ ਨਹੀਂ ਹੁੰਦੇ, ਦੇਵ ਪਿੱਤਰ ਵੀ ਛੱਡ ਜਾਂਦੇ ਆ। ਆਸ ਸ਼ੁਭ ਕੇਸ ਮੰਡਾਵਨ ਲੇਵ, ਇਹੋ ਜੇ ਸ਼ੁਭ ਕੇਸ ਜਿਹੜੇ ਆ ਉਹ ਮੰਡਾਉਣਾ ਕੀਤੇ ਹਨ। ਬਿਨਾ ਵਿਚਾਰੇ ਦੇਖਾ ਦੇਖੀ, ਬਿਨਾਂ ਵਿਚਾਰ ਤੋਂ ਦੇਖਾ ਦੇਖੀ, ਲੋਕਾਂ ਵੱਲ ਵੇਖ ਵੇਖ ਕੇ ਤੇ ਮਾਫ ਕਰਨਾ। ਇਹ ਜਿਹੜੇ ਆ ਨਾ, ਸਾਨੂੰ ਜ਼ਿਆਦਾ ਤਾਂ ਪਤਾ ਨਹੀਂ ਪਰ ਸੁਣਿਆ ਹੈ ਵੀ ਇਹ ਵੀ ਡਿਜ਼ਾਈਨ ਹੁੰਦੇ ਆ, ਡਿਜ਼ਾਈਨਾਂ ਨਾਲ ਕਟਾਉਂਦੇ ਆ। ਕਹਿੰਦੇ ਇਹ ਡਿਜ਼ਾਈਨ ਹੁਣ ਪੁਰਾਣਾ ਹੋ ਗਿਆ। ਤੇ ਜੇ ਹਿੰਦੂਆਂ ਨੂੰ ਤਾਂ ਕਹੀਏ ਤਾਂ ਉਹ ਤਾਂ ਕਹਿੰਦੇ ਵੀ ਸਾਡੇ ਬ੍ਰਾਹਮਣਾਂ ਨੇ ਸ਼ੁਰੂ ਕੀਤੇ ਆ, ਮੁਸਲਮਾਨਾਂ ਨੂੰ ਕਹੀਏ ਤਾਂ ਕਹਿੰਦੇ ਪੈਗੰਬਰ ਜੀ ਨੇ ਸ਼ੁਰੂ ਕੀਤੇ ਆ। ਤੇ ਜੇ ਸਿੱਖਾਂ ਦੀਆਂ ਬੀਬੀਆਂ ਖੰਡਾ ਲਾਇਆ ਹੁੰਦਾ ਗੱਡੀ 'ਚ ਤੇ ਮਾਫ ਕਰਨਾ, ਤੇ ਉਹ ਨਾਈ ਦੀ ਦੁਕਾਨ ਤੇ ਜਾਂਦੀਆਂ। ਸਿੱਖਾਂ ਦੇ ਘਰ ਵਿੱਚ ਇਹੋ ਜਿਹੀਆਂ ਰਵਾਇਤਾਂ ਚੱਲ ਪਈਆਂ, ਪਟੇ ਫੈਸ਼ਨ ਨਾਲ ਕਿਹੋ ਜਿਹੇ ਕੱਟ ਕਰਾਉਣੇ ਆ, ਤੇ ਉੱਥੇ ਪੈਸੇ ਖਰਚ ਕਰਕੇ ਗੁਰੂ ਕੀ ਸਿੱਖੀ ਕਟਾ ਕੇ ਆਉਂਦੇ। ਵੀ ਤੁਸੀਂ ਕਿਹਨੂੰ ਕਹੋਗੇ ਦੱਸੋ ਵੀ ਤੁਹਾਨੂੰ ਕਿਹਨ ਸਿੱਖਿਆ ਦਿੱਤੀ ਹੈ? ਵੀ ਜੇ ਤੁਹਾਨੂੰ ਮੁਸਲਮਾਨ ਹੀ ਪੁੱਛ ਲਏ, ਹਿੰਦੂ ਪੁੱਛ ਲਏ, ਉਹ ਤਾਂ ਕਹੂਗੇ ਵੀ ਸਾਡੇ ਇੱਦਾਂ ਕਹਿ ਗਏ ਆ। ਵੀ ਤੁਹਾਨੂੰ ਗੁਰੂ ਸਾਹਿਬ ਨੇ ਕੀ ਕਿਹਾ, ਤੁਹਾਡੇ ਕੋਲ ਕੀ ਜਵਾਬ ਹੈ? ਕੋਈ ਜਵਾਬ ਨਹੀਂ ਹੈ। ਤੇ ਜੇ ਪੁੱਛ ਲਓ ਕਿ ਬੀਬੀ ਜੀ ਉਹ ਕੈਨੇਡਾ 'ਚ ਕਿਸੇ ਕਹਿ ਤਾ ਵੀ ਖੰਡਾ ਲੱਗਾ, ਉਹ ਜਿਹੜਾ ਅੱਗੇ ਨਹੀਂ ਲਟਕਾਉਂਦੇ ਗੱਡੀਆਂ 'ਚ ਅੰਦਰਲੇ ਸ਼ੀਸ਼ੇ ਨਾਲ, ਕਹਿੰਦੇ ਇਹ ਤਾਂ ਇੱਕ ਫੈਸ਼ਨ ਵਾ ਖੰਡਾ ਲਟਕਾਉਣਾ। ਤੇ ਅਸੀਂ ਹੁਣ ਕੀ ਆ, ਕੇਸ ਕਟਾਉਣੇ ਛੱਡ ਦਈਏ? ਇਹਦਾ ਮਤਲਬ ਵੀ ਸਾਰੇ ਦਸਤਾਰਾਂ ਬੰਨ ਲਈਏ? ਉਹ ਇਵੇਂ ਟਾਂਚਾਂ ਕਰਦੇ ਸਗੋਂ ਅੱਗੋਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖੀ ਉਹਨਾਂ ਨੂੰ ਬਿਲਕੁਲ ਹੀ ਸਾਧ ਸੰਗਤ ਜੀ ਤਜਾਂਜਲੀ ਦੇ ਦਿੱਤੀ ਹੈ। ਤੇ ਤੁਸੀਂ ਵੇਖੋ ਬਹੁਤਾਤ ਆਪਣੇ ਆਲੇ ਦੁਆਲੇ ਵੇਖ ਲਓ, ਸਿੱਖਾਂ ਦੇ ਹੀ ਪਰਿਵਾਰ ਨੇ, ਉਹਨਾਂ ਦੇ ਬੱਚੇ ਕਿੰਨੇ ਕੁ ਕੇਸਾਧਾਰੀ ਹੈ। ਕਿਉਂਕਿ ਜਦੋਂ ਮਾਤਾ ਹੀ ਨਹੀਂ ਕੇਸ ਰੱਖਦੀ, ਪਿਤਾ ਹੀ ਨਹੀਂ ਕੇਸ ਰੱਖਦਾ, ਤੇ ਫਿਰ ਬੱਚਿਆਂ ਨੇ ਕਿਵੇਂ ਕੇਸ ਰੱਖਣੇ? ਤਾਂ ਮਹਾਰਾਜ ਸਾਹਿਬ ਜੀ ਇੱਥੇ ਦੱਸ ਰਹੇ ਆ ਵੀ ਹਿੰਦੂ ਕਹਿ ਦੇਣਗੇ, ਮੁਸਲਮਾਨ ਵੀ ਕਹਿ ਦੇਣਗੇ ਪੈਗੰਬਰ ਦੀ ਗਲਤੀ ਸੀ, ਪਰਮੇਸ਼ਰ ਭਈ ਉਹਨਾਂ ਨੂੰ ਤਾਂ ਇਹ ਸੋਚ ਕੇ ਵੀ ਇਹਨਾਂ ਦੇ ਪੈਗੰਬਰ ਨੇ ਗਲਤੀ ਕੀਤੀ ਹੈ, ਇਹਨਾਂ ਦੇ ਰਹਿਬਰਾਂ ਨੇ ਫਸਾਤਾ। ਤੁਸੀਂ ਕਿਹਨੂੰ ਕਹੋਗੇ, ਕਿਹਨੂੰ ਦੋਸ਼ ਦਿਓਗੇ? ਤੁਹਾਡੀ ਤਾਂ ਆਪਣੀ ਗਲਤੀ ਹੈ ਨਾ। ਸਿੱਖਾਂ ਦੇ ਘਰੇ ਜਨਮ ਲੈ ਕੇ ਜੇ ਕੇਸਾਂ ਦੀ ਬੇਅਦਬੀ ਕਰੋਗੇ ਤੇ ਧਰਮ ਹਾਰ ਜਾਓਗੇ। ਧਾਰੀ ਰੀਤ ਭਏ ਦੁਰਭੇਖੀ, ਮਹਾਰਾਜ ਕਹਿੰਦੇ ਰੀਤ ਧਾਰਨ ਕਰ ਲਈਏ ਤੇ ਦੁਰਭੇਖੀ ਕਿਹਾ ਮਹਾਰਾਜ ਨੇ। ਦੁਰਭੇਖੀ ਹੁੰਦਾ ਹੈ ਕਿ ਕਰੂਪ ਬਣਨਾ। ਤੇ ਜੇ ਪੁੱਛੋ ਕਿਸੇ ਨੂੰ, ਕਹਿੰਦੇ ਅਸੀਂ ਸੋਹਣੇ ਬਣਦੇ ਆ। ਸ਼ੀਸ਼ੇ ਮੂਹਰੇ ਕਿੰਨਾ ਕਿੰਨਾ ਚਿਰ ਲਾ ਦਿੰਦੇ, ਕਹਿੰਦੇ ਗੋਰੇ ਨਹੀਂ ਪਸੰਦ ਕਰਦੇ, ਕਹਿੰਦੇ ਕੀ ਸਫਾਈ ਨਹੀਂ ਕਰਦੇ ਤੁਸੀਂ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ, ਜਿਨ੍ਹਾਂ ਦਾ ਧਰਮ ਹੀ ਇੰਨਾ ਕਮਜ਼ੋਰ ਹੈ, ਉਹਨਾਂ ਨੂੰ ਨਹੀਂ ਪਤਾ ਹੈ। ਸਾਡੇ ਬਾਣੇ ਵੱਲ ਵੇਖ ਕਰਕੇ ਇੱਕ ਵਾਰੀ ਮੈਂ ਕੈਨੇਡਾ ਤੋਂ ਆਉਣਾ ਸਾਂ ਤਾਂ ਜਾਰਜੀਆ ਉਤਰਿਆ। ਉਹ ਸਿਕਿਉਰਿਟੀ ਵਾਲਾ ਸੀਗਾ, ਆਫੀਸਰ ਸੀ ਸ਼ਾਇਦ। ਉਹ ਕੁੱਤੇ 12-13 ਮੇਰੇ ਦਿਵਾਲੇ ਹੋ ਗਏ। ਉਹਨੇ ਫਿਰ ਆਖਿਆ ਵੀ ਬਾਬਾ ਜੀ ਤੁਸੀਂ ਘਬਰਾਓ ਨਾ, ਤੇ ਮੈਂ ਗੱਲਬਾਤ ਕਰਨੀ ਹੈ ਤੁਹਾਡੇ ਨਾਲ। ਮੈਂ ਜਿਵੇਂ ਕੋਈ ਡਰੱਗ ਨਹੀਂ ਕੋਈ ਫੜ ਲੈਂਦਾ, ਇਸ ਤਰ੍ਹਾਂ ਮੇਰੇ ਦਿਵਾਲੇ ਕੁੱਤੇ ਕਰਤੇ। ਤੇ ਫਿਰ ਉਹਨੇ ਮੇਰੇ ਨਾਲ ਗੱਲਬਾਤ ਕੀਤੀ, ਤੇ ਗੱਲਬਾਤ ਜਿੰਨੀ ਕੁ ਮੈਨੂੰ ਇੰਗਲਿਸ਼ ਆਉਂਦੀ ਸੀ ਉਨੀ ਕੁ ਮੈਂ ਉਹਦੇ ਨਾਲ ਗੱਲਬਾਤ ਕਰੀ ਗਿਆ। ਉਹਨੂੰ ਦੋ ਹੀ ਚੀਜ਼ਾਂ ਪਤਾ ਸੀ, ਇੱਕ ਸਵਰਗ ਤੇ ਇੱਕ ਨਰਕ। ਤੇ ਕਹਿੰਦਾ ਵੀ ਤੁਸੀਂ ਕਿਹਦੇ 'ਚ ਜਾਂਦੇ ਆ? ਮੈਂ ਅਸੀਂ ਦੋਵਾਂ 'ਚ ਨਹੀਂ ਜਾਂਦੇ, ਨਾ ਅਸੀਂ ਸਵਰਗਾਂ 'ਚ ਜਾਂਦੇ ਨਾ ਨਰਕਾਂ 'ਚ ਜਾਂਦੇ। ਕਹਿੰਦਾ ਤੀਜੀ ਚੀਜ਼ ਤੇ ਹੁੰਦੀ ਹੀ ਨਹੀਂ।
ਮੈਂ ਕਿਹਾ ਸਾਡੇ ਧਰਮ 'ਚ ਹੈਗੀ ਹੈ। ਕਹਿੰਦਾ ਉਹਨੂੰ ਕੀ ਕਹਿੰਦੇ? ਮੈਂ ਕਿਹਾ ਸੱਚਖੰਡ। ਅਸੀਂ ਤਾਂ ਉਹਦੀ ਇੱਛਾ ਕਰਦੇ ਹਾਂ, ਪਹੁੰਚਾਉਣਾ ਤਾਂ ਮਹਾਰਾਜ ਦੇ ਹੱਥ ਹੈ। ਉਹ ਬੜਾ ਪ੍ਰਭਾਵਿਤ ਹੋਇਆ, ਗੱਲਾਂ ਪੁੱਛੀ ਜਾਏ। ਮੈਂ ਕਿਹਾ ਗੱਲ ਇਹ ਆ ਵੀ ਮੇਰੀ ਅਗਲੀ ਫਲਾਈਟ ਨਾ ਲੰਘ ਜੇ, ਮੈਂ ਗਾਂਹ ਵੀ ਜਾਣਾ ਤੇ ਮੇਰਾ ਨੰਬਰ ਲੈ ਲੈ, ਤੇ ਮੈਂ ਕਿਸੇ ਨਾਲ ਹੋਰ ਨਾਲ ਜਿਹਨੂੰ ਚੰਗੀ ਇੰਗਲਿਸ਼ ਆਉਂਦੀ ਹੋ ਨਾਲ ਮੈਂ ਅਨੁਵਾਦ ਕਰੀ ਜਾਊਂ, ਗੱਲ ਕਰਾਊਂ। ਤੇ ਸੱਚਮੁੱਚ ਹੀ ਉਹਨੂੰ ਮੈਂ ਜਗਿਆਸੂ ਜਾਣਿਆ ਵੀ ਉਹ ਚਾਹੁੰਦਾ ਸੀ ਕਿ ਮੇਰੇ ਕੋਲੋਂ ਕੁਝ ਉਹਨੂੰ ਹੋਰ ਪ੍ਰਾਪਤ ਹੋਵੇ। ਉਹ ਧਰਮ ਦੇ ਮਾਰਗ ਤੇ ਚੱਲਣ ਵਾਲਾ ਸੀਗਾ ਤੇ ਚੰਗੇ ਖਿਆਲਾਂ ਵਾਲਾ ਸੀਗਾ। ਉਹ ਇਸ ਤਰ੍ਹਾਂ ਦੇ ਸਾਨੂੰ ਵੀ ਮਿਲ ਜਾਂਦੇ ਆ। ਤੇ ਜਿਹੜੇ ਸਾਡੇ ਬੱਚੇ ਇੰਗਲਿਸ਼ ਜਾਣਦੇ ਆ, ਜਿਵੇਂ ਇੱਥੇ ਪੜ੍ਹਦੇ ਆ, ਜਿੰਨਾ ਸਾਨੂੰ ਬ੍ਰਹਮ ਵਿੱਦਿਆ ਪੜ੍ਹਨ ਦਾ ਮੌਕਾ ਮਿਲਿਆ, ਅਸੀਂ ਤਾਂ ਚਾਹੁੰਦੇ ਜੇ ਉਹ ਬੱਚੇ ਵੀ ਪੜ੍ਹ ਜਾਣ ਨਾ ਤੇ ਆਪਣੇ ਆਪ ਹੀ ਪ੍ਰਚਾਰ ਹੁੰਦਾ ਜਾਓ। ਉਹ ਇੰਗਲਿਸ਼ ਵਿੱਚ ਫਿਰ ਇਹਨਾਂ ਗੋਰਿਆਂ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਜਿਹੜੀ ਹੈ ਐਡੀ ਮਹਾਨ ਹੈ ਉਹ ਦੱਸ ਦੇਣਗੇ, ਤੇ ਫਿਰ ਧਾਰਨ ਕਰਕੇ ਉਹਨਾਂ ਦਾ ਵੀ ਭਲਾ ਹੋਊਗਾ। ਸਤਿਗੁਰੂ ਜੀ ਕਹਿੰਦੇ ਕੇਸਾਂ ਨੂੰ ਜਿਹੜਾ ਕਟਾਉਂਦੇ ਆ ਨਾ ਭਾਈ, ਦੁਰਭੇਖੀ ਹੋ ਜਾਂਦੇ, ਭਾਵ ਕਰੂਪ ਬਣਦੇ ਆ, ਸੋਹਣੇ ਨਹੀਂ ਬਣ ਸਕਦੇ। ਸੋਹਣੇ ਤਾਂ ਉਹੋ ਹੀ ਬਣ ਸਕਦੇ ਜਿਹੋ ਜਿਹਾ ਵਾਹਿਗੁਰੂ ਨੇ ਬਣਾ ਕਰਕੇ ਭੇਜਿਆ ਹੈ। ਜਿਵੇਂ ਇਹ ਸਾਧ ਸੰਗਤ ਜੀ ਵੇਖੋ, ਸਤਿਗੁਰਾਂ ਜੀ ਨੇ ਜਿਹੜਾ ਸਾਨੂੰ ਸਰੂਪ ਦਿੱਤਾ ਹੈ ਨਾ, ਸਾਡੇ ਸਿੱਖ ਸੋਚਦੇ ਆ ਵੀ ਸ਼ਾਇਦ ਇੱਕ ਤਾਂ ਉਮਰ ਤੋਂ ਲਾਉਂਦੇ ਆ ਹਿਸਾਬ ਵੀ ਦਾੜਾ ਲੰਬਾ ਹੋ ਗਿਆ, ਝੱਟ ਹੀ ਅੰਕਲ ਜੀ ਕਹਿ ਦਿੰਦੇ। ਅੰਕਲ ਜੀ ਨਹੀਂ ਕੋਈ ਕਹਾਉਣਾ ਚਾਹੁੰਦਾ, ਤੇ ਬਣਨਾ ਤੇ ਇੱਕ ਦਿਨ ਹੈਗਾ ਹੀ। ਅੰਕਲ ਜੀ ਵਾਲੇ ਦੌਰ ਚੋਂ ਵੀ ਲੰਘਣਾ, ਬਾਪੂ ਜੀ ਵਾਲੇ ਦੌਰ ਚੋਂ ਵੀ ਲੰਘਣਾ ਹੀ ਪੈਣਾ ਹੈ। ਦਾੜੀ ਕੱਟ ਕੇ ਉਮਰ ਨਿੱਕੀ ਨਹੀਂ ਹੋਣੀ, ਉਮਰਾਂ ਤਾਂ ਚੱਲਦੀ ਇੱਕ ਨਦੀ ਦੀ ਤਰ੍ਹਾਂ ਹੈ। ਤੇ ਜਦੋਂ ਆਪਾਂ ਕੇਸਾਂ ਦੀ ਬੇਅਦਬੀ ਇਹ ਸੋਚ ਕੇ ਕਰਦੇ ਆ ਤੇ ਉਮਰ ਤਾਂ ਕੇਸਾਂ ਦੇ ਕੱਟਣ ਨਾਲ ਰੁਕ ਜੂ, ਨਹੀਂ ਰੁਕਣੀ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਨਰਾਦਰੀ, ਇੱਕ ਤਾਂ ਕੇਸਾਂ ਦੀ ਧਰਮ ਤੋਂ ਹੀਣੇ ਹੋ ਜਾਓਗੇ, ਦੂਸਰਾ ਕਰੂਪ ਹੋ ਜਾਓਗੇ, ਚਿਹਰਾ ਭੈੜਾ ਲੱਗਣ ਲੱਗ ਜਾਵੇਗਾ। ਤੇ ਸਾਡੇ ਪੁਰਖਿਆਂ ਦੀਆਂ ਤਸਵੀਰਾਂ ਲੱਗੀਆਂ ਅਜਾਇਬ ਘਰਾਂ 'ਚ, ਜਦੋਂ ਵੇਖੀਏ ਤਾਂ ਸਾਧ ਸੰਗਤ ਜੀ ਨਵਾਬ ਕਪੂਰ ਸਿੰਘ ਸਾਹਿਬ ਦੀ ਕਿੱਡੀ ਸੋਹਣੀ ਤਸਵੀਰ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਕਿੰਨੀ ਸੋਹਣੀ ਤਸਵੀਰ ਹੈ, ਦਾੜਾ ਪ੍ਰਕਾਸ਼ ਹੈ, ਸਰਦਾਰ ਹਰੀ ਸਿੰਘ ਨਲੂਏ ਦੀ ਕਿੰਨੀ ਸੋਹਣੀ ਤਸਵੀਰ ਹੈ। ਸਾਡੇ ਪੁਰਖਿਆਂ ਦੀਆਂ ਇੰਨੀਆਂ ਲੰਬੀਆਂ ਦਾੜੀਆਂ, ਭਾਈ ਪਰਾਗਾ ਜੀ ਦਾ ਦਾੜਾ ਬੜਾ ਲੰਬਾ ਹੁੰਦਾ ਸੀ। ਅੱਜ ਕੱਲ੍ਹ ਕਈ ਬਹਾਨਾ ਲਾਉਂਦੇ ਆ ਵੀ ਬਾਬਾ ਜੀ ਉਹ ਸਾਡਾ ਕੰਮਕਾਰ ਹੀ ਇੱਦਾਂ ਹੁੰਦਾ, ਅਸੀਂ ਮਕੈਨਿਕ ਹੈਗੇ ਆ, ਥੱਲੇ ਵੜਨਾ ਪੈਂਦਾ, ਉੱਧਰ ਜਾਣਾ ਪੈਂਦਾ। ਤੇ ਭਾਈ ਪਰਾਗਾ ਜੀ ਜਦੋਂ ਯੁੱਧ ਦੇ ਮੈਦਾਨ ਵਿੱਚ ਉਤਰਦੇ ਸੀ ਨਾ, ਆਪਣਾ ਵੱਡਾ ਦਾੜਾ ਆਪਣੇ ਪਰਨੇ ਵਿੱਚ ਬੰਨ੍ਹ ਲੈਂਦੇ ਸੀਗੇ ਤੇ ਬਰਛਾ ਇਹੋ ਜਿਹਾ ਚਲਾਉਂਦੇ ਸੀ ਕੋਈ ਦੁਸ਼ਮਣ ਉਹਨਾਂ ਦੇ ਸਾਹਮਣੇ ਨਹੀਂ ਸੀ ਖਲੋ ਸਕਦਾ, ਇੰਨੀ ਵੀਰਤਾ ਨਾਲ ਲੜਦੇ ਸੀ। ਇਹ ਐਵੇਂ ਮਨ ਦੇ ਟਕਵਾਂਜੀ ਹੈ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਸ਼ਨੀਵਾਰ ਵੀ, ਤੇ ਜੇ ਰੱਖ ਨਹੀਂ ਨਾ ਸਕਣੇ ਫਿਰ ਉਹਨੇ ਕਹਿਣਾ ਜੀ ਫਿੰਸੀਆਂ ਹੋ ਜਾਂਦੀਆਂ, ਸਿਰ ਭਾਰਾ ਹੋ ਜਾਂਦਾ, ਉਹ ਹੋ ਜਾਂਦਾ, ਇਹ ਹੋ ਜਾਂਦਾ, ਬਹਾਨੇ ਹੀ ਲਾਈ ਜਾਣੇ। ਤੇ ਜੇ ਆਪਣਾ ਮਨ ਰੱਖਣ ਨੂੰ ਕਰਦਾ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੇ, ਮਹਾਰਾਜ ਸਭ ਬਿਮਾਰੀਆਂ ਦੂਰ ਕਰ ਦਿੰਦੇ ਆ। ਕੇਸ ਤਾਂ ਸਰੀਰ ਦੀ ਸ਼ਕਤੀ ਹੈ, ਆਤਮਕ ਸ਼ਕਤੀ ਹੈ। ਮਹਾਰਾਜ ਕਹਿੰਦੇ ਭਾਈ ਇਹ ਭੈੜਾ ਚਿਹਰਾ ਬਣਾ ਲੈਂਦੇ ਆ। ਫਿਰ ਜਿਹੜੇ ਮੂੰਹ ਸਿਰ ਮੁੰਨਦੇ ਆ ਨਾ, ਇਹ ਇੱਕ ਫਿਰਕਾ ਹੈਗਾ ਸਨਾਤਨੀ ਮਤ ਵਿੱਚ ਵੀ। ਤੇ ਕਬੀਰ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਕਬੀਰ ਸਾਹਿਬ ਦਾ ਇਹ ਉਪਦੇਸ਼ ਹੈ ਕਿ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅੰਜਾਏ। ਉਹ ਪਤਾ ਕਿਉਂ ਮੰਨਦੇ ਆ? ਜੇ ਉਹਨਾਂ ਨੂੰ ਪੁੱਛੋ, ਕਹਿੰਦੇ हमने सब कुछ त्याग दिया है, केसा का भी त्याग कर दिया है, हम त्यागी होते हैं। ਤੇ ਉਹ ਕਬੀਰ ਸਾਹਿਬ ਜੀ ਕਹਿੰਦੇ ਭਾਈ ਤਿਆਗੀ ਇਹੋ ਜਿਹੇ ਬਣਨਾ, ਗੱਲ ਤਾਂ ਸਾਰੇ ਮਨ ਦਾ ਕਸੂਰ ਹੈ। ਮਨ ਦੇ ਅੰਦਰ ਵਕਾਰ ਜਿਹੜੇ ਹੈ, ਉਹ ਕਿਹਾ ਕਿ ਮਨ ਮੁੰਡਿਆ ਨਹੀਂ, ਭਾਵ ਮਨ ਦੇ ਉੱਤੋਂ ਵਕਾਰਾਂ ਦੇ ਕੇਸ ਤਾਂ ਕੱਟੇ ਨਹੀਂ। ਤੇ ਇਹ ਜਿਹੜਾ ਮੂੰਹ ਸਿਰ ਮੁੰਨ ਲਿਆ ਤੇ ਅਜਾਈ ਮੁੰਨ ਛੱਡਿਆ, ਸਗੋਂ ਪਰਮੇਸ਼ਰ ਦੀ ਅਮਾਨਤ ਵਿੱਚ ਖਿਆਨਤ ਕਰ ਦਿੱਤੀ ਹੈ। ਰਹਿਤਨਾਮਿਆਂ ਵਿੱਚ ਗੁਰੂ ਸਾਹਿਬ ਨੇ ਬੜੇ ਸਖਤ ਬਚਨ ਕਹੇ ਆ, ਪਰ ਕਈ ਵਾਰੀ ਉਹ ਬਚਨ ਸੁਣ ਕੇ ਨਾ ਜਗਿਆਸੂ ਜਾਂ ਸਰੋਤਾ ਉਹ ਕਹਿੰਦਾ ਕਿ ਮੇਰਾ ਦਿਲ ਬੜਾ ਦੁਖਿਆ। ਸਾਡੇ ਕੋਲ ਸਮਾਪਤੀ ਕਰਨ ਲੱਗੇ, ਇੱਥੇ ਹੀ ਸਮਾਪਤੀ ਕਰਾਂਗੇ, ਹੁਣ ਸਮਾਂ ਹੋ ਗਿਆ। ਕਈ ਵਾਰੀ ਸੰਥਿਆ ਕਰਨ ਆਉਂਦੇ ਆ ਤੇ ਮਾਫ ਕਰਨਾ, ਮੇਰੀ ਆਪਣੀ ਇਹ ਵਿਚਾਰਧਾਰਾ ਹੈ ਕਿ ਮੋਨੇ ਵੀ ਆਉਂਦੇ ਆ, ਗੱਤਕਾ ਵੀ ਆਪਾਂ ਸਿਖਾਉਂਦੇ ਆ ਤੇ ਸੰਥਿਆ ਵੀ ਕਰਾਉਂਦੇ ਆ। ਤੇ ਜੇ ਕੋਈ ਸ਼ਰਾਬ ਪੀਣ ਵਾਲਾ ਵੀ ਆ ਜੇ ਤੇ ਕਹੇ ਨਾ ਮੈਂ ਛੱਡ ਨਹੀਂ ਸਕਦਾ, ਪੜ੍ਹਾਉਣੇ ਅਸੀਂ ਉਹਨੂੰ ਵੀ ਆ ਵੀ ਚੱਲ ਕੋਈ ਗੱਲ ਨਹੀਂ, ਪੀਣੀ ਹੈ ਤਾਂ ਮਾੜੀ, ਪਰ ਤੂੰ ਆ ਜਾ ਸੰਥਿਆ ਕਰਿਆ ਕਰ। ਤੇ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਹੈ, ਉਹ ਪੀਣੀ ਵੀ ਛੱਡ ਜਾਂਦਾ ਹੈ, ਕੇਸਾ ਧਾਰੀ ਹੋ ਜਾਂਦਾ ਹੈ, ਅੰਮ੍ਰਿਤ ਛਕ ਲੈਂਦਾ ਹੈ। ਇਹ ਗੁਰੂ ਕੀ ਬਾਣੀ ਦਾ ਕ੍ਰਿਸ਼ਮਾ ਹੈ। ਸਤਿਗੁਰੂ ਜੀ ਪਾਰਸ ਹਨ,
ਤੇ ਆਪਾਂ ਦਾ ਤਾਂ ਇਹੀ ਫਰਜ਼ ਹੈ ਵੀ ਸਿੱਖਾਂ ਨੂੰ ਸਮਝਾਈਏ ਵੀ ਸਾਡਾ ਧਰਮ ਨਹੀਂ ਇਜਾਜ਼ਤ ਦਿੰਦਾ। ਤੇ ਪਰ ਜੇ ਤੁਸੀਂ ਸੁਣ ਕੇ ਕਿਸੇ ਕਥਾਵਾਚਕ ਦੇ ਗਲ ਪਾਓਗੇ ਕਿ ਬਾਬਾ ਤੂੰ ਕਿਉਂ ਐਵੇਂ ਕਿਹਾ, ਤੇ ਉਹਨ ਤਾਂ ਵਿਚਾਰੇ ਨੇ ਗ੍ਰੰਥ ਚੋਂ ਕਥਾ ਸੁਣਾਈ ਹੈ, ਸਾਨੂੰ ਤਾਂ ਚਲੋ ਨਹੀਂ ਕੋਈ ਕਹਿੰਦਾ, ਪਰ ਕੋਈ ਵੇਖ ਲੈਂਦਾ ਵੀ ਇਹ ਤਾਂ ਬਾਬਾ ਜੀ ਹੌਲੇ ਜੇ ਹੈਗੇ, ਚਲ ਕੋਈ ਨਹੀਂ, ਅੱਗੇ ਪਿੱਛੇ ਬੋਲਣ ਵਾਲਾ, ਉਹਨਾਂ ਨੂੰ ਦਬਾ ਲੈਂਦੇ ਆ ਕਈਆਂ ਥਾਵਾਂ ਤੇ। ਇਸ ਕਰਕੇ ਕੇਸਾਂ ਦੀ ਬੇਅਦਬੀ ਜਿਹੜੀ ਹੈ ਬੱਜਰ ਕਰੈਤ ਹੈ। ਗੁਰੂ ਮਹਾਰਾਜ ਨੌਨਿਧ ਖੱਤਰੀ ਨੂੰ ਆਗਰੇ ਵਿੱਚ ਉਹਨੇ ਪੁੱਛਿਆ ਇਹ ਸਭ ਕੁਛ। ਮਹਾਰਾਜ ਕਹਿੰਦੇ ਦੁਰਭੇਖੀ ਹੋ ਜਾਂਦਾ, ਭਾਵ ਭੇਖ ਜਿਹੜਾ ਨਾ ਉਹ ਬਹੁਤ ਭੈੜਾ ਹੋ ਜਾਂਦਾ, ਮੂੰਹ ਸ਼ਕਲ ਭੈੜੀ ਬਣ ਜਾਂਦੀ ਹੈ। ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਬਚਨ ਕਿਹਾ ਕਰਦੇ ਸੀਗੇ ਵੀ ਸਿੰਘੋ, ਜਿਹੜਾ ਤੁਹਾਂ ਦਾੜੀਆਂ ਕੱਟਣ ਦਾ ਇਹ ਰਵਾਇਤ ਪਾਈ ਹੋਈ ਹੈ ਨਾ, ਕਹਿੰਦੇ ਵੀ ਇੱਕ ਗੱਲ ਕਰੋ, ਹਰਿਮੰਦਰ ਸਾਹਿਬ ਮੰਜੀ ਸਾਹਿਬ ਸਟੇਜ ਤੇ ਕਹਿੰਦੇ ਹੁੰਦੇ ਸੀ ਵੀ ਇੱਕ ਗੱਲ ਕਰੋ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਦਿਓ ਕਿ ਮਹਾਰਾਜ ਸਾਨੂੰ ਨਾ ਗਲਤੀ ਕਰਕੇ ਤੁਸੀਂ ਮਰਦ ਬਣਾਤਾ ਤੇ ਸਾਨੂੰ ਮਹਾਰਾਜ ਬੀਬੀਆਂ ਬਣਾ ਦੇ, ਤੇ ਅਗਲੇ ਜਨਮ ਵਿੱਚ ਮਹਾਰਾਜ ਮਹਾਂਪੁਰਖ ਕਹਿੰਦੇ ਵੀ ਨਾ ਤੁਹਾਡੇ ਨਾਈ ਜਿਹੜਾ ਉਹ ਫਿਰ ਉਸ ਤਰੇ ਘਸਾਵੇ ਮੂੰਹ ਤੇ ਨਾ ਤੁਹਾਨੂੰ ਕੋਈ ਤਕਲੀਫ ਹੋਵੇ। ਅਰਦਾਸ ਕਰ ਦਿਓ ਇੱਥੇ ਕਿ ਮਹਾਰਾਜ ਸਾਨੂੰ ਤਾਂ ਇਹ ਨਹੀਂ ਚੰਗੀ ਲੱਗਦੀ ਦਾੜੀ, ਤੇ ਸਾਨੂੰ ਬੀਬੀਆਂ ਬਣਾ ਦੇ। ਆਪੇ ਹੀ ਫਿਰ ਇੰਨਾ ਅਸਰ ਹੁੰਦਾ ਸੀ ਨਾ, ਨੌਜਵਾਨਾਂ ਨੇ ਦਾੜੇ ਰੱਖੇ, ਅੰਮ੍ਰਿਤ ਛਕੇ। ਇਹ ਸਤਿਗੁਰੂ ਜੀ ਦਾ ਵਾਹਿਦ ਧਰਮ ਹੈ, ਯੂਨੀਵਰਸਲ ਧਰਮ ਹੈ, ਵਾਹਿਗੁਰੂ ਦੇ ਹੁਕਮ ਮੰਨਣ ਦਾ ਧਰਮ ਹੈ। ਮਹਾਰਾਜ ਸਾਹਿਬ ਜੀ ਐਸੀ ਸਿੱਖਿਆ ਦੇ ਰਹੇ ਨੇ, ਜਿਵੇਂ ਅੱਗੇ ਉਪਦੇਸ਼ ਆਵੇਗਾ ਕੱਲ੍ਹ ਨੂੰ ਸਰਵਣ ਕਰਾਂਗੇ।